ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਮੈਂ ਗੁਰਚੇਤ ਸਿੰਘ ਔਲ। ਤੇ ਹੁਣ ਜਿਵੇਂ VCO 22 ਦੀਆਂ ਇਲੈਕਸ਼ਨਾਂ ਚੱਲ ਰਹੀਆਂ ਨੇ ਤੇ ਹਰ ਇੱਕ ਵਰਗ ਜ਼ੋਰ ਲਾ ਰਿਹਾ ਹੈ, ਤਾਂ ਕਿਤੇ ਨਾ ਕਿਤੇ ਲੈ ਕੇ ਜਿਵੇਂ ਪਹਿਲਾਂ ਹਮੇਸ਼ਾ ਦੋ ਪਾਰਟੀਆਂ ਜਾਂ ਤਿੰਨ ਪਾਰਟੀਆਂ ਦੇਖਣ ਨੂੰ ਮਿਲਦੀਆਂ ਸੀ, ਜਾਂ ਸ਼੍ਰੋਮਣੀ ਅਕਾਲੀ ਦਲ ਲੈ ਲਓ, ਜਾਂ ਕਾਂਗਰਸ ਲਾ ਲਓ, ਜਾਂ ਆਪ ਲਾ ਲਓ, ਜਾਂ ਜਿਹੜੇ ਆਮ ਜਿਹੜੀਆਂ ਛੋਟੀਆਂ ਕਹਿ ਲਓ ਜਿਨ੍ਹਾਂ ਨੇ ਇਲੈਕਸ਼ਨ ਲੜਨੀ ਉਮੀਦਵਾਰ ਖੜੇ ਸੀ। ਪਰ ਇਸ ਟਾਈਮ ਜਿਵੇਂ ਹੁਣ ਦੇ ਹਾਲਾਤ ਨੇ, ਪਰ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਕੀ ਕਾਰਨ ਕੀ, ਕਿੱਥੇ ਆ ਕੇ ਜਿਹੜੀ ਗੱਲਬਾਤ ਰੁਕ ਜਾਂਦੀ ਹੈ? ਕਿਉਂਕਿ ਹਮੇਸ਼ਾ ਜਦੋਂ ਸਿਆਸਤ ਦੀ ਗੱਲ ਕਰੋ ਤਾਂ ਹਮੇਸ਼ਾ ਜਿਹੜੇ 4-5 ਮੁੱਦੇ ਨੇ ਉਹੀ ਲੋਕਾਂ ਨੂੰ ਘੁਮਾ ਕੇ ਫਿਰ ਉੱਥੇ ਕੀ ਇਲੈਕਸ਼ਨ ਦੇ ਦਾਅ ਪੇਚ ਖੇਡ ਕੇ ਤੇ ਫਿਰ ਜਿੱਤਿਆ ਜਾਂਦਾ। ਪਰ ਇਸ ਵਾਰ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਕਿਉਂ ਵਧੀ? ਹਮੇਸ਼ਾ ਇਹ ਸਵਾਲ ਹਰ ਇੱਕ ਦੇ ਮਨ ਦੇ ਵਿੱਚ ਹੁੰਦਾ। ਪਰ ਅੱਜ ਇਸ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਐਡਵੋਕੇਟ ਹਰਵਿੰਦਰ ਸਿੰਘ ਵੋਹਰਾ, ਉਹ ਵੀ ਆਜ਼ਾਦ ਉਮੀਦਵਾਰ ਖੜੇ ਨੇ, ਪਰ ਉਹ ਮਤਲਬ ਬੇਬਾਕ ਅਤੇ ਉਹਨਾਂ ਦੀ ਜਿਹੜੀ ਨੌਲੇਜ ਆ ਉਹ ਬਾਕਮਾਲ ਹੈ। ਕਿਉਂਕਿ ਜੇ ਉਹਨਾਂ ਦੀ ਸਟੱਡੀ ਦੀ ਗੱਲ ਕਰ ਲਈਏ ਜਾਂ ਉਹਨਾਂ ਦੀ ਜ਼ਿੰਦਗੀ ਬਾਰੇ ਗੱਲ ਕਰ ਲਈਏ ਤਾਂ ਗਿਆਨ ਬਹੁਤ ਹੈ। ਤਾਂ ਕੀ ਅਜਿਹਾ ਉਹਨਾਂ ਦਾ ਕਾਰਨ ਰਿਹਾ ਕਿ ਉਹਨਾਂ ਨੂੰ ਆਜ਼ਾਦ ਉਮੀਦਵਾਰ ਖੜ੍ਹਨਾ ਪਿਆ? ਪਹਿਲਾਂ ਤਾਂ ਸਵਾਗਤ ਕਰਦੇ ਹਾਂ ਵੋਹਰਾ ਜੀ, ਬਹੁਤ ਬਹੁਤ ਸਵਾਗਤ। ਧੰਨਵਾਦ ਜੀ, ਬਹੁਤ ਬਹੁਤ। ਪਹਿਲਾਂ ਸਿਹਤਾਂ ਕਿਵੇਂ ਨੇ? ਬਹੁਤ ਵਧੀਆ ਜੀ, ਕੀ ਕਾਰਨ ਕੀ ਬਣ ਗਿਆ ਕਿ ਤੁਹਾਨੂੰ ਸਿਆਸਤ 'ਚ ਆਉਣਾ ਪਿਆ, ਐਡਵੋਕੇਟ ਨੂੰ ਸਿਆਸਤ? ਹਾਂਜੀ, ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਮੈਂ BSc ਕੰਪਿਊਟਰ ਸਾਇੰਸ, MSc ਫਿਜ਼ਿਕਸ, ਉਸ ਤੋਂ ਬਾਅਦ LLB ਇਹ ਸਟੱਡੀਜ਼ ਕੀਤੀਆਂ ਹੋਈਆਂ। ਅਤੇ ਬਹੁਤਾ ਜ਼ਿਆਦਾ ਟਾਈਮ ਮੇਰੀ ਆਫਟਰ +2 ਜਿਹੜੀ ਸਟੱਡੀ ਹੈ ਉਹ ਸਾਰੀ ਅੰਮ੍ਰਿਤਸਰ ਦੀ ਹੈ। ਉੱਥੇ ਅੰਮ੍ਰਿਤਸਰ ਦੇ ਵਿੱਚ ਸਾਡੇ ਇਲਾਕੇ ਪੱਟੀ ਬਾਰੇ ਜਿਹੜੀ ਧਾਰਨਾ ਬਣੀ ਹੋਈ ਆ ਉਹ ਇਸ ਤਰ੍ਹਾਂ ਦੀ ਬਣੀ ਆ ਕਿ ਪੱਟੀ ਇਲਾਕਾ ਬਹੁਤ ਪਛੜਿਆ ਹੋਇਆ ਹੈ। ਦੂਸਰਾ, ਇੱਥੇ ਸਮੈਕ ਬਹੁਤ ਵਿਕਦੀ ਹੈ, ਨਸ਼ਾ ਬਹੁਤ ਕਰਦੇ ਨੇ ਲੋਕ, ਅਤੇ ਲੜਾਈਆਂ ਝਗੜਿਆਂ ਵਾਲੇ ਲੋਕ ਆ। ਪਰ ਐਕਚੁਅਲ ਦੇ ਵਿੱਚ ਜੇ ਆਪਾਂ ਪੱਟੀ ਦਾ ਇਤਿਹਾਸ ਵੇਖੀਏ ਤਾਂ ਪੱਟੀ ਇੰਨਾ ਜ਼ਿਆਦਾ ਪੁਰਾਣਾ ਸ਼ਹਿਰ ਆ ਕਿ ਅੰਮ੍ਰਿਤਸਰ ਨੂੰ ਤਾਂ ਆਪਾਂ ਕਹਿ ਸਕਦੇ ਕਿ ਹਾਲੇ 500 ਸਾਲ ਦੇ ਕਰੀਬ ਹੋਇਆ ਬਣੇ ਨੂੰ। ਪਰ ਪੱਟੀ ਜ਼ੀਰੋ ਤੋਂ, ਜਿਹਨੂੰ ਆਪਾਂ ਬਿਫੋਰ ਕ੍ਰਾਈਸਟ ਕਹਿ ਦਿੰਦੇ BC, ਜ਼ੀਰੋ ਤੋਂ ਵੀ ਬਹੁਤ ਜ਼ਿਆਦਾ ਪਿੱਛੇ ਦਾ ਸ਼ਹਿਰ ਬਣਿਆ ਹੋਇਆ, ਜਿਹਦਾ ਕਿ ਜੇਕਰ ਇੱਕ ਚੀਨੀ ਯਾਤਰੀ, ਆਪਾਂ ਇਤਿਹਾਸ 'ਚ ਪੜ੍ਹਦੇ ਹਾਂ ਕਿ ਚੀਨੀ ਯਾਤਰੀ ਇੱਕ ਹੋਏ ਆ ਹਿਊਨ ਸਾਂਗ, ਉਹਨਾਂ ਨੇ ਆਪਣੇ ਇੱਕ ਬੁੱਕ ਲਿਖੀ ਆ ਜਿਹਦੇ ਵਿੱਚ ਉਹ ਚੀਨ ਤੋਂ ਬੰਦੇ ਇੱਧਰ ਇੰਡੀਆ 'ਚ ਭੇਜਦੇ ਸੀ ਕਿ ਤੁਸੀਂ ਵੇਖ ਕੇ ਆਓ ਡਿਵੈਲਪਮੈਂਟ ਕਿਸ ਤਰ੍ਹਾਂ ਦੀ ਆ, ਜਿਹਦੇ ਤਹਿਤ ਇੱਕ ਬੜੀ ਬਤੂਤਾ ਅਰਬ 'ਚੋਂ ਆਏ ਬੰਦੇ ਇੱਧਰ ਪਤਾ ਕਰਨ। ਇਸ ਤਰ੍ਹਾਂ ਚਾਈਨਾ 'ਚ ਜਿਹੜੇ ਆਏ ਆ ਉਹਨਾਂ ਨੇ ਪੱਟੀ ਸ਼ਹਿਰ ਦਾ ਜ਼ਿਕਰ ਆਪਦਾ ਕੀਤਾ, ਜਿਸ 'ਚ ਪੱਟੀ ਸ਼ਹਿਰ ਦੇ 2 ਮੰਦਰਾਂ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ। ਸ਼ਿਵਜੀ ਮਹਾਰਾਜ ਦਾ ਕੋਈ ਮੰਦਰ ਸੀ, ਉਹਦੇ ਬਾਰੇ ਵੀ ਉਹਨਾਂ ਨੇ ਦੱਸਿਆ ਕਿ ਪੱਟੀ ਸ਼ਹਿਰ ਬਹੁਤ ਤਗੜਾ ਸ਼ਹਿਰ ਸੀ। ਉਸ ਤੋਂ ਬਾਅਦ ਮੁਗਲਾਂ ਦੇ ਟਾਈਮ 'ਤੇ ਵੀ ਪੱਟੀ ਦੀ ਪੂਰੀ ਚੜ੍ਹਾਈ ਰਹੀ ਆ, 9 ਲੱਖੀ ਪੱਟੀ ਦੇ ਨਾਂ ਨਾਲ ਮਸ਼ਹੂਰ ਸੀ। ਹੁਣ ਮੇਰਾ ਜਿਵੇਂ ਸਟੱਡੀ ਆ ਉਹਦੇ ਅਕੋਰਡਿੰਗ ਮੈਨੂੰ ਤਾਂ ਇਹੋ ਚਾਹੀਦਾ ਕਿ ਮੈਂ ਜਿਹੜੀ ਪੱਟੀ ਦੀ ਧਾਰਨਾ ਜੋ ਪੱਟੀ ਦੇ ਪ੍ਰਤੀ ਬਣੀ ਹੋਈ ਆ ਲੋਕਾਂ ਦੇ ਵਿੱਚ, ਅੰਮ੍ਰਿਤਸਰ ਦਾ ਕਹਿ ਲਈਏ, ਚੰਡੀਗੜ੍ਹ ਦਾ ਕਹਿ ਲਈਏ, ਕਿਤੋਂ ਦੇ ਲੋਕਾਂ ਵਿੱਚ ਵੀ, ਕਿ ਉਹਨੂੰ ਬਦਲਿਆ ਜਾਵੇ। ਪੱਟੀ ਦਾ ਪਹਿਲਾਂ ਨਾਂ ਤਾਂ ਜਦੋਂ ਪੜ੍ਹੀਏ ਤੇ ਹੈਬਤ ਪੱਟੀ ਹੈ, ਇੱਦਾਂ ਦਾ ਕੁਝ ਆਉਂਦਾ ਨਾ। ਹਾਂਜੀ, ਉਹ ਪੱਟੀ ਜਿਵੇਂ ਪਟਿਆਲੇ ਤੋਂ ਆਪਾਂ, ਜਿਵੇਂ ਪਟਿਆਲੇ 'ਚ ਰਾਜੇ ਰਾਜ ਕਰਦੇ ਸੀ ਉਸ ਤਰ੍ਹਾਂ ਪੱਟੀ ਦੇ ਵਿੱਚ ਵੀ ਰਾਜ ਚੱਲਦਾ ਸੀ। ਠੀਕ ਹੈ, ਉਹਦੇ ਨਾਲ ਰਿਲੇਟਡ ਉਹ ਇੱਕ ਹਿਸਟਰੀ ਦਾ ਵਿਸ਼ਾ ਬਣ ਜਾਂਦਾ ਹੈ। ਹੁਣ ਜਿਵੇਂ ਆਪਾਂ ਇੱਥੇ ਪੋਲੀਟੀਕਲ ਗੱਲ ਕਰਦੇ ਹਾਂ, ਪਰ ਪੋਲੀਟੀਕਲ ਪੱਟੀ ਦੇ ਸਭ ਤੋਂ ਵੱਡਾ ਜਿਹੜਾ ਪੱਟੀ ਦਾ ਮੁੱਦਾ ਹੈ ਜੋ ਕਿ ਨਸ਼ਿਆਂ ਦਾ ਹੀ ਆ। ਠੀਕ ਹੈ, ਜਿਹਦੇ ਵਿੱਚ ਕਿ ਆਪਾਂ ਨੂੰ ਪਤਾ ਹੈ ਕਿ ਪਹਿਲੋਂ 10 ਸਾਲ ਅੱਜ ਤੋਂ ਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮਿਨਿਸਟਰ ਰਹੇ, ਉਸ ਤੋਂ ਪਹਿਲੋਂ 10 ਸਾਲ ਉਹ MLA ਵੀ ਰਹੇ। 1997 ਤੋਂ ਲੈ ਕੇ 2017 ਤੱਕ ਉਹਨਾਂ ਨੇ 20 ਸਾਲ ਰਾਜ ਕੀਤਾ। ਉਸ ਤੋਂ ਬਾਅਦ ਹਰਮਿੰਦਰ ਸਿੰਘ ਗਿੱਲ ਆਏ MLA, ਉਹਨਾਂ ਨੇ ਰਾਜ ਕੀਤਾ। ਹੁਣ ਓਵਰਆਲ ਪਰ ਇਹ ਧਾਰਨਾ ਜਿਹਦਾ ਖਤਮ ਨਹੀਂ ਹੋ ਸਕੀ ਕਿ ਪੱਟੀ ਦੇ ਵਿੱਚ ਨਸ਼ਾ ਖਤਮ ਹੋ ਗਿਆ ਕਿ ਨਹੀਂ ਹੋਇਆ। ਕਹਿੰਦੇ ਤਾਂ ਜਦੋਂ ਇਲੈਕਸ਼ਨ ਆਉਂਦੀ ਆ ਮਤਲਬ ਜ਼ੋਰ ਤਾਂ ਇਹੀ ਹੁੰਦਾ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ ਜੀ, ਅਸੀਂ ਬੇਰੁਜ਼ਗਾਰੀ ਲਿਆਵਾਂਗੇ, ਅਸੀਂ ਬਦਲ ਦੇਵਾਂਗੇ, ਅਸੀਂ ਉਹ ਕਰ ਦੇਵਾਂਗੇ, ਪਰ ਹੁੰਦਾ ਕਿਉਂ ਨਹੀਂ ਇੱਦਾਂ ਦਾ? ਹਾਂਜੀ, ਉਹ ਅਸਲ 'ਚ ਹੁੰਦਾ ਕੀ ਆ, ਜਦੋਂ ਆਪਾਂ ਨੂੰ ਪਿਛਲੀ ਇਲੈਕਸ਼ਨ ਦੀ ਵੀ ਪੂਰਾ ਪਤਾ ਹੈ ਕਿ 2017 'ਚ ਕੈਪਟਨ ਅਮਰਿੰਦਰ ਸਿੰਘ ਜੀ ਹੋਰਾਂ ਨੇ ਕਿਹਾ ਸੀ ਕਿ ਅਸੀਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗੇ। ਪਰ ਉਹ ਸਿਸਟਮ ਹੀ ਇਹੋ ਜਿਹਾ ਬਣਿਆ ਹੋਇਆ ਕਿ ਇੱਕ ਵੱਡੇ ਲੈਵਲ 'ਤੇ ਕਾਰੋਬਾਰ ਬਣ ਚੁੱਕਾ ਹੈ, ਜਿਹਦੇ ਵਿੱਚ ਪੁਲਿਸ ਮਹਿਕਮਾ ਬਹੁਤ ਵੱਡੇ ਲੈਵਲ 'ਤੇ ਇਨਵੋਲਵ ਆ। ਉਹਨਾਂ ਨੂੰ ਸਟੇਟ ਲੈਵਲ ਦੇ ਮੰਤਰੀ ਜਿਹੜੇ ਉਹ ਅਪਣਾ ਦਿੰਦੇ ਆ। ਬਿਲਕੁਲ ਠੀਕ ਹੈ, ਅਤੇ ਉਹਦੇ ਵਿੱਚ ਉਹ ਜਦੋਂ ਇੱਕ ਬਿਜ਼ਨਸ ਇਸ ਤਰ੍ਹਾਂ ਦਾ ਕ੍ਰੀਏਟ ਹੋ ਜਾਏ ਜਿਸ 'ਚ ਪ੍ਰੋਫਿਟ ਬਹੁਤ ਜ਼ਿਆਦਾ ਹੋਵੇ ਅਤੇ ਉਹ ਕੰਮ ਜਲਦੀ ਖਤਮ ਨਹੀਂ ਹੋ ਸਕਦਾ। ਅਤੇ ਉਹਦੇ ਵਿੱਚ ਇੰਨਾ ਜ਼ਰੂਰ ਹੋ ਸਕਦਾ ਕਿ ਆਪਾਂ ਜਿਹੜੇ ਸਾਡੇ ਬੰਦੇ ਆ, ਜਿਹੜੇ ਜਿਨ੍ਹਾਂ ਨੇ ਉਹਨੂੰ ਕੰਜ਼ਿਊਮ ਕਰਨਾ ਹੈ, ਨੌਜਵਾਨ ਪੀੜ੍ਹੀ ਹੈ, ਉਹਨੂੰ ਸਮਝਾਇਆ ਜਾ ਸਕੇ ਕਿ ਤੁਸੀਂ ਇਹ ਨਸ਼ਾ ਨਾ ਕਰੋ, ਇਹ ਸਰੀਰ ਵਾਸਤੇ ਬਹੁਤ ਮਾੜਾ ਹੈ।
ਪਰ ਦੂਸਰੇ ਨਾਲ ਦੀ ਨਾਲ ਜੇ ਉਹਨਾਂ ਨੂੰ ਆਪਾਂ ਜੋਬ ਓਪਰਚੁਨਿਟੀਜ਼ ਪ੍ਰੋਵਾਈਡ ਕਰ ਦਈਏ, ਸਟੱਡੀ ਦੇ ਵਿੱਚ ਉਹਨਾਂ ਨੂੰ ਅੱਗੇ ਲੈ ਕੇ ਆਈਏ, ਤਾਂ ਉਹ ਆਪਣੇ ਆਪ ਇਹਨੂੰ ਨਸ਼ੇ ਨੂੰ ਖ਼ਤਮ ਕਰ ਦੇਣਗੇ। ਜਦੋਂ ਇਹਦੀ ਕੰਜ਼ੰਪਸ਼ਨ ਹੀ ਨਹੀਂ ਹੋਊਗੀ ਤੇ ਬਿਜ਼ਨਸ ਆਪਣੇ ਆਪ ਖ਼ਤਮ ਹੋ ਜਾਊਗਾ। ਤੇ ਵੋਰਾ ਸਾਹਿਬ ਕਿਹੜੀ ਗੱਲ ਦਾ ਕਹਿ ਲਓ ਕਿ ਤੁਹਾਨੂੰ ਕਹਿ ਲਓ ਸ਼ੌਂਕ ਜਾਗ ਗਿਆ ਕਿ ਬਸ MLA ਦੀ ਜਿਹੜੀ ਬੱਤੀ ਉਹ ਘੁੰਮਣੀ ਚਾਹੀਦੀ ਹੈ? ਹਾਂਜੀ, ਜਿਵੇਂ ਆਪਾਂ ਵੇਖਦੇ ਹਾਂ ਕਿ ਆਪਣੇ ਇੰਡੀਅਨ ਕੌਨਸਟੀਟਿਊਸ਼ਨ ਦੇ ਅਕੋਰਡਿੰਗ ਮੇਨ 3 ਪਾਵਰ ਨੇ ਆਪਣੇ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ। ਪਹਿਲੀ ਪਾਵਰ ਗਿਣੀ ਗਈ ਆ ਲੈਜਿਸਲੇਟਿਵ ਜੀ। ਲੈਜਿਸਲੇਟਿਵ ਮਤਲਬ ਜਿਨ੍ਹਾਂ ਨੇ ਰੂਲ ਬਣਾਉਣੇ ਆ ਜੀ, ਜਿਹਦੇ ਵਿੱਚ ਸਟੇਟ ਲੈਵਲ ਤੇ MLA ਤੇ ਸੈਂਟਰ ਲੈਵਲ ਤੇ MP ਆ ਜਾਂਦੇ ਆ। ਦੂਸਰੀ ਪਾਵਰ ਗਿਣੀ ਗਈ ਹੈ ਐਗਜ਼ੀਕਿਊਟਿਵ। ਐਗਜ਼ੀਕਿਊਟਿਵ ਜਿਨ੍ਹਾਂ ਨੇ ਉਹ ਰੂਲ ਨੂੰ ਇੰਪਲੀਮੈਂਟ ਕਰਾਉਣਾ, ਜਿਹਦੇ 'ਚ ਆਪਾਂ ਆਫੀਸਰ ਕਲਾਸ ਕਹਿ ਸਕਦੇ। ਤੇ ਤੀਸਰੀ ਪਾਵਰ ਜਿਹੜੀ ਗਿਣੀ ਗਈ ਉਹ ਹੈਗੀ ਜੁਡੀਸ਼ਰੀ, ਜਿਨ੍ਹਾਂ ਨੇ ਕਿ ਜੇ ਕੋਈ ਕਾਨੂੰਨ ਦੇ ਤਹਿਤ ਮੰਨ ਲਓ ਐਗਜ਼ੀਕਿਊਟਿਵ ਨੇ ਕੋਈ ਪਰਚਾ ਦਰਜ ਕਰਤਾ, ਜੇ ਉਹ ਗਲਤ ਆ ਤੇ ਉਹ ਜੱਜ ਸਾਹਿਬ ਉਹਨੂੰ ਕੈਂਸਲ ਕਰ ਦੇਣਗੇ ਜਾਂ ਉਹਦੇ ਤਹਿਤ ਇਹਨੂੰ ਸਜ਼ਾ ਦੇਣਗੇ। ਠੀਕ ਹੈ, ਲੋਕਾਂ ਦੇ ਰਾਈਟ ਨੂੰ ਪ੍ਰੋਟੈਕਟ ਕਰਨਗੇ। ਹੁਣ ਸਾਡਾ ਜੁਡੀਸ਼ਰੀ ਦੇ ਨਾਲ ਤਾਂ ਚਲੋ ਸੰਬੰਧ ਰਹਿੰਦਾ ਹੀ ਆ। ਆਪਾਂ 4 ਸਾਲ ਤੋਂ ਵਕਾਲਤ ਦੇ ਪ੍ਰੋਫੈਸ਼ਨ ਦੇ ਵਿੱਚ ਹੈਗੇ ਆ। ਸੈਸ਼ਨ ਦੇ ਵਿੱਚ ਆਪਾਂ ਕੰਮ ਕਰਦੇ ਆ, ਲੋਅਰ ਕੋਰਟ 'ਚ ਵੀ ਕੰਮ ਕਰਦੇ ਆ, ਕੁਝ ਕੇਸ ਹਾਈ ਕੋਰਟ ਦੇ ਵੇਖੇ ਆ ਜੀ। ਪਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਜਿਹਦੇ ਤਹਿਤ ਜੱਜ ਸਾਹਿਬ ਨੇ ਵੀ ਜਿਹਦੇ ਤਹਿਤ ਕੰਮ ਕਰਨਾ ਹੈ ਉਹ ਹੈਗੀ ਲੈਜਿਸਲੇਟਿਵ। ਜੀ। ਜੇ ਉਹਨਾਂ ਨੇ ਰੂਲ ਹੀ ਚੇਂਜ ਕਰਤਾ ਮੰਨ ਲਓ, ਤੇ ਰੂਲ ਦੇ ਤਹਿਤ ਤਾਂ ਜੁਡੀਸ਼ਰੀ ਨੇ ਕੰਮ ਕਰਨਾ ਹੈ, ਰੂਲ ਦੇ ਤਹਿਤ ਹੀ ਆਫੀਸਰ ਨੇ ਕੰਮ ਕਰਨਾ ਹੈ। ਤੇ ਰੂਲ ਮੇਕਰ ਜਿਹੜੇ ਉਹ ਹੈਗੇ ਆ ਸਾਡੇ ਪੋਲੀਟੀਸ਼ੀਅਨ। ਸਭ ਤੋਂ ਵੱਡੀ ਪਾਵਰ MLA ਕੋਲ ਸਟੇਟ ਲੈਵਲ ਤੇ, MP ਕੋਲ ਸੈਂਟਰ ਲੈਵਲ ਤੇ ਹੈ ਜੀ। ਤੇ ਆਪਾਂ ਇਹ ਚੀਜ਼ ਆ ਕਿ ਐਜੂਕੇਸ਼ਨ ਨੂੰ ਜੇ ਆਪਾਂ ਚੇਂਜ ਕਰਨਾ ਚਾਹੁੰਦੇ ਆ ਤੇ ਐਜੂਕੇਸ਼ਨ ਸਿਸਟਮ ਜਿਹੜਾ 1920 ਦਾ ਬਣਿਆ ਹੋਇਆ ਜੀ, ਲਾਰਡ ਮੈਕੌਲੇ ਹੋਏ ਇੱਕ, ਉਹਨਾਂ ਨੇ ਐਜੂਕੇਸ਼ਨ ਸਿਸਟਮ ਇੰਡੀਆ ਦਾ ਬਣਾਇਆ ਸੀ। ਬਣਾਇਆ ਇਸ ਤਰ੍ਹਾਂ ਦਾ ਸੀ ਕਿ ਇਸ ਤਰ੍ਹਾਂ ਦਾ ਉਹਨਾਂ ਨੇ ਬ੍ਰਿਟਿਸ਼ ਪਾਰਲੀਮੈਂਟ 'ਚ ਕਿਹਾ ਸੀ, ਸਟੇਟਮੈਂਟ ਦਿੱਤੀ ਕਿ ਮੈਂ ਸਿਸਟਮ ਇਸ ਤਰ੍ਹਾਂ ਦਾ ਕ੍ਰੀਏਟ ਕਰ ਦੂੰਗਾ ਕਿ ਇੰਡੀਆ ਦੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਜਾਂ ਕੋਈ ਵੀ ਪੜ੍ਹਿਆ ਲਿਖਿਆ ਵਰਗ ਆ ਉਹ ਇੱਕ ਕਲਰਕ ਹੋਣਗੇ, ਸਾਡੇ ਅੱਗੇ ਸਵਾਲ ਨਹੀਂ ਕਰ ਸਕਣਗੇ। ਹੁਣ ਤੁਸੀਂ ਮੈਂ ਟੀਚਿੰਗ ਪ੍ਰੋਫੈਸ਼ਨ 'ਚ ਵੀ ਰਿਹਾ, ਜਦੋਂ ਪ੍ਰੋਫੈਸਰ ਰਿਹਾ ਮੈਂ, ਬਹੁਤੇ ਬੱਚੇ ਸਵਾਲ ਕਰਦੇ ਆ ਕਿ A+B ਦੀ ਹੋਲ ਸਕੇਅਰ ਦੇ ਫਾਰਮੂਲੇ ਦਾ ਸਾਨੂੰ ਕੀ ਫਾਇਦਾ। ਬਿਲਕੁਲ ਠੀਕ ਹੈ। ਹੁਣ ਜੇ ਆਪਾਂ ਚਾਈਨਾ ਦੀ ਗੱਲ ਕਰਦੇ ਹਾਂ, ਚਾਈਨੀਜ਼ ਸਿਸਟਮ ਦੀ, ਚਾਈਨਾ ਅੱਗੇ ਕਿਉਂ ਲੰਘ ਗਿਆ ਆਪਣੇ ਤੋਂ? ਕਿਉਂਕਿ ਉਹਨਾਂ ਨੇ ਸਿਸਟਮ ਜਿਹੜਾ ਬਣਾਇਆ ਉਹ ਅਪਲਾਈਡ ਸਟੱਡੀ ਬਣਾਈ, ਕਿ ਉਹਨਾਂ ਨੇ ਥਿਓਰੈਟੀਕਲ ਸਟੱਡੀ ਵੱਲ ਬਹੁਤ ਧਿਆਨ ਘੱਟ ਦਿੱਤਾ, ਅਪਲਾਈਡ ਸਟੱਡੀ ਬਣਾਈ ਕਿ ਆਪਾਂ ਜਿੱਥੇ ਸਟੱਡੀ ਦਾ ਯੂਜ਼ ਹੋਣਾ ਹੈ ਉਹ ਚੀਜ਼ ਵਰਤੋਂ 'ਚ ਲਿਆਂਦੀ ਉਹਨਾਂ ਨੇ। ਹੁਣ ਜਿਵੇਂ ਤੁਸੀਂ ਕਿਹਾ ਕਿ A+ ਦਾ ਜਿਹੜਾ ਉਹ ਫਾਰਮੂਲੇ ਉਲਝੇ ਰਹਿੰਦੇ ਆ। ਹਾਂਜੀ। ਹੁਣ ਜਿਵੇਂ ਮੋਸਟਲੀ ਆਪਾਂ +1 +2 ਦੀ ਗੱਲ ਕਰੀਏ ਨਾ, ਹਾਂਜੀ ਹਾਂਜੀ, ਤੇ ਬੱਚਿਆਂ ਨੂੰ ਪੁੱਛਿਆ ਜਾਂਦਾ ਕਿ ਹਾਂ ਵੀ ਆਹ ਸਾਇਨ ਦਿੱਤਾ ਆ ਗਿਆ ਜਾਂ ਕੋਸਟ ਦਿੱਤਾ ਆ ਗਿਆ ਜਾਂ ਮਤਲਬ ਵੱਖਰੇ ਵੱਖਰੇ ਫਾਰਮੂਲੇ ਆ ਗਏ। ਪਰ ਮੋਸਟਲੀ ਜਿਹੜੇ ਬੱਚੇ ਆ +1 +2 'ਚ ਇਹਨਾਂ ਅੱਗੇ ਜਿਹੜੀ ਉਹ ਫੀਲਡ ਉਹ ਚੁਣਦੇ ਨਹੀਂ। ਹਾਂਜੀ। ਜਾਂ ਤਾਂ ਉਹ ਕੋਈ ਹੋਰ ਪਾਸੇ ਚਲ ਜਾਂਦਾ ਜਾਂ ਕੋਈ ਮਤਲਬ ਮੈਥਮੈਟਿਕਸ ਜਾਂ ਹਾਂਜੀ ਆਪਣੀ ਸਟਰੀਮ ਚੁਣ ਲੈਂਦੇ। ਹਾਂਜੀ। ਪਰ ਉਹਨਾਂ ਚੀਜ਼ਾਂ ਦੇ ਵਿੱਚ ਉਹ ਬੰਦੇ ਦੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਭਰੀਆਂ ਹੁੰਦੀਆਂ ਜਿਹੜੇ ਬੰਦੇ ਨੂੰ ਜਿਹੜੀ ਲੋੜ ਆ। ਹਾਂਜੀ। ਠੀਕ ਆ, ਉਹ ਬੰਦੇ ਦੀ ਲੋੜ ਤਾਂ ਇਸ ਟਾਈਮ ਜੇ ਮੰਨ ਲਾ ਪੰਜਾਬ ਦੇ ਵਿੱਚ ਨੌਜਵਾਨ ਨੂੰ ਖੇਤੀਬਾੜੀ ਨੂੰ ਲਾ ਲਓ। ਹਾਂਜੀ। ਕਿਉਂਕਿ ਆਪਣਾ ਤਾਂ ਹਮੇਸ਼ਾ ਜਿਹੜੇ ਜੱਟ ਨੇ, ਹਾਂਜੀ, ਠੀਕ ਆ, ਇਹਨਾਂ ਦਾ ਹਿਸਾਬ ਕਿਤਾਬ ਹੁੰਦਾ ਵੀ ਮਾਈਨਸ ਘਟਾਓ ਤੇ ਗੁਣਾ। ਹਾਂਜੀ ਹਾਂਜੀ, ਇਹਨਾਂ ਬਾਰੇ ਤੇ ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ। ਹਾਂਜੀ, ਉਹ ਇਹਦੇ ਵਿੱਚ ਗੱਲ ਉਹ ਆ ਗਈ ਕਿ ਇਹਨਾਂ ਨੂੰ ਜਿਹੜਾ ਬੱਚਿਆਂ ਨੂੰ ਸਟੱਡੀ ਕਰਵਾਈ ਜਾਂਦੀ ਆ, ਤੁਸੀਂ ਹੁਣ ਨੋਰਮਲ ਪੁਰਾਣਾ ਸਿਸਟਮ ਵੇਖਦੇ ਜੇ, ਉਹਦੇ ਵਿੱਚ ਬੱਚਾ 4th ਕਲਾਸ ਦਾ ਮੰਨ ਲਓ, ਉਹਦਾ 20 ਕਿਲੋ ਦਾ ਬੈਗ ਹੀ ਹੁੰਦਾ, ਕਿੰਨੀਆਂ ਜ਼ਿਆਦੀਆਂ ਕਿਤਾਬਾਂ ਵਿੱਚ ਭਰੀਆਂ ਹੁੰਦੀਆਂ, ਜਦ ਕਿ ਛੋਟੀ ਉਮਰ ਦਾ ਬੱਚਾ ਇੰਨੀਆਂ ਬੁੱਕਸ ਨਹੀਂ ਪੜ੍ਹ ਸਕਦਾ। ਹੁਣ ਇਹ ਤਾਂ ਸਟੇਟ ਦਾ ਇਹੋ ਜਿਹਾ ਸਿਸਟਮ ਕ੍ਰੀਏਟ ਕਰਨਾ ਪਵੇਗਾ, ਐਜੂਕੇਸ਼ਨ ਸਿਸਟਮ, ਜਿਵੇਂ ਕਿ ਕੈਨੇਡਾ 'ਚ ਆ ਕਿ ਪ੍ਰੈਕਟੀਕਲ ਥਿਊਰੀ ਦੇ ਓਨਲੀ ਵਰਕ ਹੁੰਦਾ ਹੈ, ਥਿਓਰੈਟੀਕਲ ਸਟੱਡੀ ਬਹੁਤ ਘੱਟ ਆ। ਪ੍ਰੈਕਟੀਕਲ ਸਟੱਡੀ ਨੂੰ ਅੱਗੇ ਲਿਆਂਦਾ ਜਾਵੇ, ਪਰ ਉਹ ਸਿਸਟਮ ਕਰੂ ਕੌਣ? ਉਹ ਤਾਂ ਕਰਨਾ ਪੈਣਾ ਲੈਜਿਸਲੇਟਿਵ ਵਾਲਿਆਂ ਨੂੰ। ਅਤੇ ਸਾਡੇ MP ਅਤੇ ਸਾਡੇ MLA ਆਪਾਂ ਵੇਖੇ ਕਿੰਨਾ ਕੁ ਪੜ੍ਹੇ ਲਿਖੇ ਆ, ਅਤੇ ਨਾ ਹੀ ਉਹਨਾਂ ਦਾ ਇਸ ਬਾਰੇ ਕੋਈ ਰੁਝਾਨ ਹੀ ਆ। ਉਹ ਇੱਕ ਹੀ ਗੱਲ ਉਹਨਾਂ ਨੂੰ ਵੀ ਸੜਕਾਂ ਬਣਾਤੀਆਂ ਸੀ, ਨਾਲੀਆਂ ਬਣਾਤੀਆਂ, ਇਸ ਤੋਂ ਪੈਚ ਵਰਕ ਹੋ ਗਿਆ, ਅਤੇ ਇਸ ਤੋਂ ਅੱਗੇ ਉਹ ਕੋਈ ਗੱਲ ਨਹੀਂ ਕਰਦੇ। ਠੀਕ ਹੈ। ਹੁਣ ਉਹ ਸਿਸਟਮ ਕ੍ਰੀਏਟ ਕਰਨ ਵਾਸਤੇ ਮੈਂ ਇਹ ਲੋੜ ਸਮਝੀ ਕਿ ਸਾਨੂੰ ਲੈਜਿਸਲੇਟਿਵ 'ਚ ਆਉਣਾ ਪਵੇਗਾ। ਅੱਗੇ ਜਾ ਕੇ ਅਸੀਂ ਕੋਈ ਇਹਦੇ ਨਾਲ ਰਿਲੇਟਡ, ਐਜੂਕੇਸ਼ਨ ਨਾਲ ਰਿਲੇਟਡ ਰੂਲ ਇਸ ਤਰ੍ਹਾਂ ਦੇ ਕ੍ਰੀਏਟ ਕਰਾਂਗੇ ਜਿਹਦੇ ਨਾਲ ਬੱਚਿਆਂ ਨੂੰ ਸੁਵਿਧਾ ਹੋ ਸਕੇ ਅਤੇ ਬੱਚਿਆਂ ਦਾ ਇੰਟਰਸਟ ਬਹੁਤ ਜ਼ਿਆਦਾ ਬਣੇ। ਔਰ ਸਾਹਿਬ ਜਿਵੇਂ ਹੁਣ ਤੁਸੀਂ ਅੱਜ ਕੱਲ੍ਹ ਕਹਿ ਲਓ ਕਿ ਯੂਥ ਆ, ਹਾਂਜੀ, ਠੀਕ ਆ, ਹਮੇਸ਼ਾ ਇਲੈਕਸ਼ਨ ਲਾ ਲਓ ਜਾਂ CM ਲਾ ਲਓ ਜਾਂ PM ਲਾ ਲਓ, ਹਾਂਜੀ, ਠੀਕ ਹੈ, ਇਹ ਮਤਲਬ ਉਹੀ ਜਿਹੜੇ ਚਿਹਰੇ ਨੇ ਉਹੀ ਰਿਪੀਟ ਹੁੰਦੇ ਨੇ। ਹਾਂਜੀ, ਠੀਕ ਆ, ਚਾਹੇ ਮੰਨ ਲਓ
ਜਾਂ ਸ਼੍ਰੋਮਣੀ ਅਕਾਲੀ ਦਲ ਲਾ ਲਓ ਜਾਂ ਬੀਜੇਪੀ ਲਾ ਲਓ, ਕਾਂਗਰਸ ਲਾ ਲਓ, ਮਤਲਬ ਉਹੀ ਜਿਹੜੇ ਪੁਰਾਣੇ ਚਿਹਰੇ ਨੇ, ਤੇ ਯੂਥ ਕਿਉਂ ਨਹੀਂ ਆਉਂਦਾ? ਇਹਦੇ ਵਿੱਚ ਸਭ ਤੋਂ ਵੱਡੀ ਇੱਕ ਤਾਂ ਮੁਸ਼ਕਿਲ ਇਹ ਆ ਕਿ ਜਿਹੜੇ ਆਫਟਰ +2 ਬੱਚੇ ਆਪਣੇ, ਉਹਨਾਂ ਦਾ ਰੁਝਾਨ ਸਾਰਿਆਂ ਦਾ ਬਾਹਰ ਵੱਲ ਆ, ਕਿ ਉਹਨਾਂ ਨੂੰ ਹੁੰਦਾ ਕਿ ਸਾਨੂੰ ਫੋਰਨ ਦੇ ਵਿੱਚ ਭੇਜ ਦਿਓ, ਕਿਸੇ ਨਾ ਕਿਸੇ ਤਰੀਕੇ ਜਿਸ ਤਰ੍ਹਾਂ ਵੀ ਹੋਵੇ ਸਾਨੂੰ ਫੋਰਨ 'ਚ ਭੇਜੋ, ਅਸੀਂ ਇੱਧਰ ਨਹੀਂ ਰਹਿਣਾ। ਇੱਕ ਤਾਂ ਭੇਜ ਦਿਓ, ਚਾਹੇ ਮੇਰਾ ਕਿੱਲਾ 2 ਕਿੱਲਾ ਵੇਚ ਕੇ ਜਾਣਾ, ਮੈਂ ਕੈਨੇਡਾ ਜਾਣਾ। ਹਾਂ, ਭਾਵੇਂ ਉੱਥੇ ਅਮਰੀਕਾ ਦੀਆਂ ਤਾਂ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਕਿ ਉਹ ਡੋਂਕੀ ਵਗੈਰਾ ਦੇ ਵਿੱਚ ਜਾਂਦੇ ਭਾਵੇਂ ਬੰਦੇ ਮਰ ਵੀ ਜਾਣ, ਪਰ ਉਹਨਾਂ ਦਾ ਉਹ ਬਣਿਆ ਕਿਉਂ? ਕਿਉਂਕਿ ਇੱਕ ਚਾਣਕਿਆ, ਮਹਾਰਿਸ਼ੀ ਚਾਣਕਿਆ ਹੋਏ ਆਪਣੇ ਇੰਡੀਆ ਦੇ ਵਿੱਚ, ਰਾਜਨੀਤਿਕ ਸ਼ਾਸਤਰ ਬਹੁਤ ਵੱਡੇ। ਉਹਨਾਂ ਕਿਹਾ ਵੀ ਜੇ ਬੰਦੇ ਨੂੰ ਇੱਜ਼ਤ, ਦੂਸਰੇ ਨੰਬਰ 'ਤੇ ਜੀਵਿਕਾ ਮੰਨ ਲਓ ਖਾਣ ਪੀਣ ਵਾਸਤੇ, ਤੀਸਰੇ ਨੰਬਰ 'ਤੇ ਐਜੂਕੇਸ਼ਨ, ਜੇ ਕਿਸੇ ਦੇਸ਼ 'ਚ ਬੰਦੇ ਨੂੰ ਨਹੀਂ ਮਿਲਦੀ ਉਹਨੂੰ ਉਹ ਦੇਸ਼ ਛੱਡ ਦੇਣਾ ਚਾਹੀਦਾ। ਅਤੇ ਬਹੁਤ ਵੱਡੀ ਗੱਲ ਇਹ ਹੋਈ ਆ ਕਿ ਲੋਕੀ ਸੋਚਦੇ ਪਏ ਵੀ ਸਾਨੂੰ ਤਾਂ ਇੱਥੇ ਜੀਵਿਕਾ ਨਹੀਂ ਮਿਲਣੀ ਇੰਡੀਆ ਦੇ ਵਿੱਚ, ਅਤੇ ਨਾ ਹੀ ਸਾਨੂੰ ਮਿਲਣੀ ਸਟੱਡੀ। ਬਿਲਕੁਲ। ਅਤੇ ਲੋਕਾਂ ਨੇ ਆਪਣਾ ਰੁਝਾਨ ਇਹ ਬਣਾ ਲਿਆ ਕਿ ਆਪਾਂ ਇਹਨੂੰ ਛੱਡ ਦਈਏ ਇੰਡੀਆ ਨੂੰ। ਪਰ ਉਹਨਾਂ ਨੇ ਉਸ ਤੋਂ ਅੱਗੇ ਵੀ ਗੱਲਾਂ ਕੀਤੀਆਂ ਸੀ। ਉਹਨਾਂ ਕਿਹਾ ਸੀ ਕਿ ਜੇ ਇਹ ਚੀਜ਼ਾਂ ਪ੍ਰੋਵਾਈਡ ਕਰਾਉਣੀਆਂ ਨੇ ਫਿਰ ਯੂਥ ਨੂੰ ਰਾਜਨੀਤੀ 'ਚ ਆਉਣਾ ਪਵੇਗਾ। ਬਿਲਕੁਲ। ਹੁਣ ਆਪਣੇ ਪੁਰਾਣੀਆਂ ਦੂਸਰੀਆਂ ਪਾਰਟੀਆਂ ਦਾ ਵੇਖਦੇ ਹਾਂ, ਜਿਵੇਂ ਆਪਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰਦੇ ਹਾਂ, ਉਹ ਬਾਦਲ ਸਾਹਿਬ ਚੱਲੇ ਪਹਿਲੋਂ, ਉਸ ਤੋਂ ਬਾਅਦ ਸੁਖਬੀਰ ਬਾਦਲ ਉਹਨਾਂ ਦੇ ਹੁਣ ਪ੍ਰਧਾਨ ਬਣ ਗਏ ਆ। ਜੇ ਪੱਟੀ ਹਲਕੇ ਦੀ ਗੱਲ ਕਰਦੇ ਹਾਂ, ਸਰਦਾਰ ਪ੍ਰਤਾਪ ਸਿੰਘ ਕੈਰੋਂ ਤੋਂ ਆਏ ਪਹਿਲੋਂ, ਉਸ ਤੋਂ ਬਾਅਦ ਉਹਨਾਂ ਦੇ ਬੇਟੇ ਸੁਰਿੰਦਰ ਕੈਰੋਂ ਰਾਜਨੀਤੀ 'ਚ, ਫਿਰ ਆਦੇਸ਼ ਪ੍ਰਤਾਪ ਕੈਰੋਂ, ਹੁਣ ਗਾਂ ਉਹਨਾਂ ਦਾ ਬੇਟਾ ਇੱਕ ਹੋਰ ਉਹ ਵੀ ਰਾਜਨੀਤੀ 'ਚ ਆਉਣ ਨੂੰ ਤਿਆਰ ਆ। ਇਹ ਤਾਂ ਰਾਜੇ ਵਾਲਾ ਕੰਮ ਹੋ ਗਿਆ। ਫਿਰ ਇਹ ਤਾਂ ਕਿੰਗ ਰੂਲ ਦੇ ਬਰਾਬਰ ਹੀ ਗੱਲ ਆ ਗਈ। ਲੋਕਤੰਤਰ ਤਾਂ ਰਿਹਾ ਨਾ ਇਹ। ਬਿਲਕੁਲ। ਕਿ ਜਦੋਂ ਉਹਨੇ ਰਾਜ ਕੀਤਾ ਫਿਰ ਪੁੱਤ ਰਾਜ ਕਰੂਗਾ, ਫਿਰ ਮਤਲਬ 4 ਪੀੜ੍ਹੀਆਂ ਤਾਂ ਚੱਲ ਪਈਆਂ ਉਹਨਾਂ ਦੀਆਂ। ਅਤੇ ਇਹਦੇ ਵਿੱਚ ਵੇਖਿਆ ਜਾਵੇ ਤਾਂ ਲੋਕਤੰਤਰ ਦੀ ਤਾਂ ਬੁਨਿਆਦੀ ਢਾਂਚਾ ਹੀ ਖਤਮ ਹੋ ਗਿਆ ਨਾ। ਬਿਲਕੁਲ। ਲੋਕਤੰਤਰ ਦਾ ਮਤਲਬ ਹੈ ਕਿ ਨਵੇਂ ਬੰਦੇ ਅੱਗੇ ਆਉਣ, ਕੋਈ ਵੀ ਆਮ ਪਬਲਿਕ ਵੀ ਰਾਜਾ ਬਣ ਸਕੇ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਇਹ ਚੀਜ਼ਾਂ ਲੋਕਤੰਤਰ ਨੂੰ ਢਾਹ ਲਾਉਂਦੀਆਂ, ਇਹਨਾਂ ਨੂੰ ਖਤਮ ਕਰਨਾ ਚਾਹੀਦਾ। ਅਤੇ ਉਹਦੇ ਬੇਸ 'ਤੇ ਹੁਣ ਜਿਵੇਂ ਆਪਣੇ ਪੱਟੀ ਹਲਕੇ ਦੀ ਆਪਾਂ ਨੋਰਮਲ ਗੱਲ ਕਰਦੇ ਹਾਂ, ਇੱਥੇ ਕੋਈ ਚੰਗਾ ਹੋਸਪਿਟਲ ਨਹੀਂ ਹੈਗਾ ਜਿਹੜਾ ਕਿਸੇ ਬੰਦੇ ਨੂੰ ਸਾਂਭ ਸਕੇ। ਜੇ ਕੋਈ ਉਹਨੂੰ ਐਮਰਜੈਂਸੀ ਬਣ ਗਈ ਹੈ ਅਤੇ ਆਪਾਂ ਨੂੰ ਅੰਮ੍ਰਿਤਸਰ ਭੱਜਣਾ ਪੈਂਦਾ। ਬਿਲਕੁਲ। ਸਭ ਤੋਂ ਵੱਡੀ ਚੀਜ਼ ਇਹ ਆ ਕਿ ਇੱਥੋਂ ਦੇ ਗਵਰਨਮੈਂਟ ਹੋਸਪਿਟਲ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਕਿ ਪ੍ਰਾਈਵੇਟ ਹੋਸਪਿਟਲ ਬੰਦ ਹੀ ਹੋ ਜਾਣ। ਦੂਜੇ ਨੰਬਰ 'ਤੇ ਵੇਖੀਏ, ਟ੍ਰੇਨ ਦਾ ਸਿਸਟਮ ਆਪਣਾ ਬਹੁਤ ਜ਼ਿਆਦਾ ਮਾੜਾ ਹੈ। ਅਸੀਂ ਜਦੋਂ ਪੜ੍ਹਦੇ ਸੀ DAV ਕਾਲਜ, ਸਾਨੂੰ ਉੱਥੇ 9 ਵਜੇ ਪਹੁੰਚਣਾ ਹੁੰਦਾ ਸੀ, ਅਤੇ ਇੱਥੋਂ ਜਰਨਲ ਟਾਈਮ 7:30 ਦਾ ਹੈਗਾ ਸੀ ਕਿ 7:30 ਤੋਂ 8:45 ਦਾ ਟਾਈਮ ਉੱਥੇ ਪਹੁੰਚੂਗੀ ਟ੍ਰੇਨ। ਪਰ ਟ੍ਰੇਨ ਇੱਥੋਂ ਚੱਲਦੀ 11 ਵਜੇ ਹੁੰਦੀ ਸੀ। ਠੀਕ ਹੈ, ਵੇਖੋ ਤੁਸੀਂ ਸਿਸਟਮ ਕਿ ਲੈਕਚਰ ਤਾਂ ਲੱਗਦੇ ਨਹੀਂ, ਫਿਰ ਸਾਨੂੰ ਉੱਥੇ ਹੋਸਟਲ ਲੈਣਾ ਪਿਆ, ਸਾਨੂੰ ਉੱਥੇ ਰਹਿਣਾ ਪਿਆ। ਬੱਸਾਂ ਦਾ ਸਿਸਟਮ ਵੇਖੀਏ, ਬੱਸਾਂ ਦੀ ਪੂਰੀ ਗੁੰਡਾਗਰਦੀ ਹੈ। ਪ੍ਰਾਈਵੇਟ ਬੱਸਾਂ। ਪੱਟੀ ਪੁਰਾਣਾ ਸਭ ਤੋਂ ਪਹਿਲਾਂ ਦਾ ਵਸਿਆ ਸ਼ਹਿਰ, ਫਿਰ ਇਹ ਦੋਨੋਂ ਅੰਮ੍ਰਿਤਸਰ ਹੋ ਗਿਆ ਜਾਂ ਤਰਨਤਾਰਨ ਅੱਗੇ ਨਿਕਲ ਗਏ, ਇਹ ਪਿੱਛੇ ਕਿਉਂ ਰਹਿ ਗਿਆ? ਇਹ ਪਿੱਛੇ ਤਾਂ ਰਹਿ ਗਿਆ ਕਿ ਜਦੋਂ ਬਾਰਡਰ ਲਾਈਨ ਬਣੀ ਆ ਅਤੇ ਬਾਰਡਰ ਦੇ ਕਿਨਾਰੇ 'ਤੇ ਆ ਗਿਆ, ਲਾਸਟ 'ਤੇ ਰਹਿ ਗਿਆ। ਜਦ ਕਿ ਜੇ ਪੱਟੀ ਦਾ ਪਹਿਲੋਂ ਦਾ ਟਾਈਮ ਵੇਖਿਆ ਜਾਵੇ ਤਾਂ ਪੱਟੀ ਪੰਜਾਬ ਦੀ ਇੱਕ ਤਹਿਸੀਲ ਸੀ। ਠੀਕ ਹੈ, ਉਹਦੇ ਵਿੱਚ ਇਹਨਾਂ ਨੇ ਹੁਣ ਪੱਟੀ ਨੂੰ ਜੇ ਉੱਚਾ ਕਰਨਾ ਹੋਵੇ ਕੀਤਾ ਵੀ ਜਾ ਸਕਦਾ, ਪਰ ਸਾਡੇ ਜਿਹੜੇ ਰਾਜਨੀਤਿਕ ਇਹਨਾਂ ਬੰਦਿਆਂ ਦਾ ਕੋਈ ਧਿਆਨ ਹੀ ਨਹੀਂ ਇੱਧਰ ਹੈਗਾ। ਪੱਟੀ 'ਚ ਕੁਦਰਤ ਵੱਲੋਂ ਇੱਕ ਪੱਟੀ 'ਚ ਹਰੀਕੇ ਪੱਤਣ ਪੈਂਦਾ, ਆਪਾਂ ਵੇਖਦੇ ਹਾਂ। ਉੱਥੇ ਇੱਕ ਰਿਜ਼ਰਵੀਅਰ ਆ, ਉਹਨੂੰ ਆਪਾਂ ਕਹਿ ਸਕਦੇ ਹਾਂ, ਰੱਖ ਕਹਿ ਦਿੰਦੇ ਪੰਜਾਬੀ 'ਚ, ਜਿੱਥੇ ਸਾਈਬੇਰੀਆ ਤੋਂ ਰਸ਼ੀਆ ਦੇ ਵਿੱਚ ਜਦੋਂ ਠੰਡ ਪੈਂਦੀ ਆ, ਉੱਥੋਂ ਪੰਛੀ ਉੱਡ ਕੇ ਇੱਥੇ ਆਉਂਦੇ ਆ। ਬਿਲਕੁਲ। ਅਤੇ ਅਸੀਂ ਛੋਟੇ ਹੁੰਦੇ ਸੀ, ਜਦੋਂ ਮੇਰੇ ਨਾਨਕੇ ਫਿਰੋਜ਼ਪੁਰ ਨੇ, ਅਸੀਂ ਛੋਟੇ ਹੁੰਦੇ ਜਦੋਂ ਜਾਣਾ, ਅਤੇ ਮੇਰੇ ਪਿਤਾ ਜੀ ਵੀ ਪ੍ਰੈਸ ਦੇ ਵਿੱਚ ਪਹਿਲੋਂ ਰਹੇ ਆ, ਟ੍ਰਿਬਿਊਨ ਦੇ ਵਿੱਚ ਉਹ ਰਹੇ ਨੇ। ਜਦੋਂ ਜਾਣਾ ਅਤੇ ਉੱਥੇ ਰਸਤੇ ਵਿੱਚ ਰੋਕ ਕੇ ਪਕੌੜੇ ਵਗੈਰਾ ਖਾਣੇ। ਇੱਕ ਵਾਰ ਅਸੀਂ ਉੱਥੇ ਗਏ ਅਤੇ ਉਹ ਕੋਈ ਬੰਦੇ ਉੱਥੇ ਗੱਲਾਂ ਕਰਦੇ ਆਪਸ 'ਚ ਕਿ ਤੁਹਾਨੂੰ ਆਪਾਂ ਮੀਟ ਲੈ ਦਿੰਦੇ ਹਾਂ ਮੁਰਗਾਬੀਆਂ ਦਾ। ਹੁਣ ਉਹ ਡੈਡੀ ਨੇ, ਵੈਸੇ ਉਹਨਾਂ ਦੇ ਵੀ ਪੱਤਰਕਾਰਾਂ ਦੀ ਜਿਵੇਂ ਸੋਚ ਹੁੰਦੀ ਵੀ ਚਲੋ ਥੋੜ੍ਹਾ ਜਿਹਾ ਅੱਗੇ ਨੌਲੇਜ ਆਪਾਂ ਗੇਨ ਕਰਦੇ ਹਾਂ ਵੀ ਭਲਾ ਗੱਲ ਕੀ ਚੱਲਦੀ ਪਈ ਹੈ। ਉੱਥੇ ਗੱਲ ਮੁਰਗਾਬੀਆਂ ਦੀ ਇਹ ਚੱਲਦੀ ਸੀ ਕਿ ਜਿਹੜੇ ਸਾਈਬੇਰੀਆ ਤੋਂ ਪੰਛੀ ਆਉਂਦੇ ਆ, ਉਹਨਾਂ ਨੂੰ ਫੜ ਕੇ ਉਹਨਾਂ ਦਾ ਮੀਟ ਵੇਚਦੇ ਸੀ ਉਹ, ਕਿ ਉਹ ਜਿਹੜਾ ਮੀਟ ਹੈ ਉਹ ਸਸਤਾ ਮਿਲਦਾ ਸੀ ਚਿਕਨ ਨਾਲੋਂ। ਉਹ ਮੇਰੇ ਪਿਤਾ ਜੀ ਨੇ ਫਿਰ ਇੱਕ ਫੀਚਰ ਵਗੈਰਾ ਲਿਖਿਆ, ਉਹ ਕਿਸੇ ਉਹਨਾਂ ਨੇ ਜੱਜ ਸਾਹਿਬ ਨੇ ਰੀਡ ਕੀਤਾ ਅਤੇ ਉਹਨਾਂ ਨੇ ਉਹ ਟੈਂਡਰ ਖ਼ਤਮ ਕਰਤਾ। ਮਤਲਬ ਆਪਾਂ ਉਸ ਚੀਜ਼ ਨੂੰ ਆਪਾਂ ਕਹਿ ਦਈਏ ਕਿ ਟੂਰਿਜ਼ਮ ਡਿਪਾਰਟਮੈਂਟ ਉਹਨੂੰ ਬੜਾ ਵਧਾ ਸਕਦਾ, ਪਰ ਟੂਰਿਜ਼ਮ ਡਿਪਾਰਟਮੈਂਟ ਦਾ ਕੋਈ ਧਿਆਨ ਨਹੀਂ ਉਹਦੇ ਉੱਪਰ। ਜਦ ਕਿ ਕੁਦਰਤ ਦੀ ਬੜੀ ਵੱਡੀ ਚੀਜ਼ ਹੈ ਜਿਹੜੀ ਇੰਡੀਆ ਦੇ ਵਿੱਚ ਆਪਾਂ ਨੂੰ ਮਿਲੀ ਹੋਈ ਹੈ, ਪੱਟੀ ਵਾਲਿਆਂ ਨੂੰ, ਪੰਜਾਬ ਵਾਲਿਆਂ ਨੂੰ, ਅਤੇ ਉਹਦੇ ਉੱਪਰ ਉਹਨਾਂ ਦਾ ਕੋਈ ਧਿਆਨ ਨਹੀਂ।
ਮਤਲਬ ਉੱਥੇ ਜਦੋਂ ਜਾਈਏ ਤਾਂ ਜਾਂ ਤਾਂ ਪਿੱਛੇ ਜੇ ਖਬਰਾਂ ਚੱਲਦੀਆਂ ਸੀ ਉੱਥੇ ਨਜਾਇਜ਼ ਸ਼ਰਾਬ ਕੱਢੀ ਜਾਂਦੀ ਆ, ਜਾਂ ਉੱਥੇ ਮਤਲਬ ਗੰਦ ਇੰਨਾ ਕੁ ਪੈ ਗਿਆ, ਮਤਲਬ ਉੱਥੋਂ ਦੀ ਦੇਖ ਰੇਖ ਹੀ ਨਹੀਂ ਹੈਗੀ। ਉੱਥੋਂ ਦੀ ਦੇਖ ਰੇਖ ਕੋਈ ਨਹੀਂ, ਮਤਲਬ ਗਵਰਨਮੈਂਟ ਦਾ ਕੋਈ ਧਿਆਨ ਹੀ ਨਹੀਂ ਉਹਦੇ ਵਿੱਚ ਹੈਗਾ। ਉਹਨੂੰ ਚਾਹੁਣ ਤੇ ਉਹਨੂੰ ਟੂਰਿਜ਼ਮ ਪਲੇਸ ਬਣਾ ਸਕਦੇ। ਜਿਵੇਂ ਅੰਮ੍ਰਿਤਸਰ ਦੀ ਚੜ੍ਹਾਈ ਕਿਵੇਂ ਹੋਈ ਆ, ਆਪਾਂ ਵੇਖਦੇ ਹਾਂ ਕਿ ਉੱਥੇ ਗੋਲਡਨ ਟੈਂਪਲ ਆਪਣੇ ਗੁਰੂ ਸਾਹਿਬ ਨੇ ਬਣਾਇਆ, ਉੱਥੇ ਗੋਲਡਨ ਟੈਂਪਲ ਕਰਕੇ ਲੋਕ ਉੱਥੇ ਆਉਣ ਲੱਗ ਪਏ, ਸ਼ਰਧਾਲੂ ਆਉਣ ਲੱਗ ਪਏ। ਫਿਰ ਉੱਥੇ ਲਾਗੇ ਹੀ ਜਲ੍ਹਿਆਂਵਾਲਾ ਬਾਗ ਦਾ ਕਾਂਡ ਹੋਇਆ, ਉਹਦੇ ਕਰਕੇ ਟੂਰਿਜ਼ਮ ਡਿਪਾਰਟਮੈਂਟ ਵੱਧ ਗਿਆ। ਹੁਣ ਉਹ ਚੀਜ਼ ਆਪਾਂ ਪੱਟੀ 'ਚ ਡਿਵੈਲਪ ਕਰ ਸਕਦੇ ਹਾਂ। ਆਪਾਂ ਉੱਥੇ ਰਿਜ਼ਰਵੀਅਰ ਨੂੰ ਉਹਨੂੰ ਵਧਾ ਸਕਦੇ ਹਾਂ। ਉੱਥੇ ਪੰਛੀ ਜਿਹੜੇ ਆਉਂਦੇ ਉਹਨਾਂ ਨੂੰ ਉਹਨਾਂ ਦੀ ਨੁਮਾਇਸ਼ ਆਪਾਂ ਲਾ ਸਕਦੇ, ਵੇਖ ਸਕਦੇ ਪੰਛੀ, ਲੋਕੀ ਆ ਕੇ ਵੇਖ ਸਕਦੇ ਆ। ਠੀਕ ਹੈ, ਉੱਥੇ ਏਡੀ ਵੱਡੀ ਝੀਲ ਬਣੀ ਹੋਈ ਫ੍ਰੀ ਆਫ ਕੋਸਟ, ਉੱਥੇ ਕਿਸ਼ਤੀਆਂ ਵਗੈਰਾ, ਜਿਵੇਂ ਆਪਾਂ ਚੰਡੀਗੜ੍ਹ ਸੁਖਨਾ ਲੇਕ ਜਾਂਦੇ, ਉੱਥੇ ਸਭ ਕੁਝ ਟੂਰਿਜ਼ਮ ਡਿਪਾਰਟਮੈਂਟ ਦਾ ਬਣ ਸਕਦਾ, ਪਰ ਸਰਕਾਰ ਦਾ ਧਿਆਨ ਹੀ ਕੋਈ ਨਹੀਂ ਹੈਗਾ। ਪਰ ਇੱਥੇ ਤਾਂ ਇਹ ਹੁੰਦਾ ਨਾ ਕਿ ਹਾਂ ਵੀ ਜੇ ਕੋਈ ਬੰਦਾ ਆ ਵੀ ਗਿਆ ਤੇ ਕੋਈ ਚੰਗਾ ਕੰਮ ਕਰਨ ਵਾਲਾ ਆ ਗਿਆ ਤੇ ਉੱਥੇ ਲੜਾਈ ਹੋ ਜਾਂਦੀ ਵੀ ਤੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਉਣਾ। ਉਹ ਤਾਂ ਚਲੋ ਉਹ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਨੇ ਕਿ ਉਹਨਾਂ ਵਿੱਚ ਆਪਾਂ ਨੂੰ ਨਹੀਂ ਪੈਣਾ ਚਾਹੀਦਾ, ਕਿ ਉਹ ਜ਼ਿਆਦਾ ਪਰਸਨਲ ਗੱਲ ਹੋ ਜਾਂਦੀ ਆ। ਕਿ ਕਈ ਬੰਦੇ ਆਫਿਸਰ ਵੀ ਇਸ ਤਰ੍ਹਾਂ ਦੇ ਆ। ਇੱਥੇ ਹਰੀਕੇ ਨਜਾਇਜ਼ ਮਾਈਨਿੰਗ ਦਾ ਧੰਦਾ ਕਾਫੀ ਚੱਲਦਾ। ਬਿਲਕੁਲ ਠੀਕ ਹੈ, ਰੇਤਾ ਲਿਆ ਕੇ ਲੋਕ ਵੇਚਦੇ ਆ, ਅਤੇ ਉਹਦੇ ਵਿੱਚ ਆਪਾਂ ਕਹਿ ਸਕਦੇ ਕਿ ਪੁਲਿਸ ਡਿਪਾਰਟਮੈਂਟ ਵੀ ਕੋਈ ਸਾਫ਼ ਨਹੀਂ ਹੈਗਾ ਉਸ ਕੰਮ ਦੇ ਵਿੱਚ, ਕਿ ਉਹ ਬੜੀ ਜ਼ਿਆਦਾ ਵੱਡੇ ਲੈਵਲ 'ਤੇ ਸਮਗਲਿੰਗ ਕਰਾਉਂਦੇ ਆ। ਬਦਲਿਆ ਕਿਵੇਂ ਜਾ ਸਕਦਾ? ਮਤਲਬ ਹੁਣ ਮੰਨ ਲਓ ਜੇ ਤੁਸੀਂ ਇਕੱਲੇ ਹੋਣਾ, ਤੁਸੀਂ ਇੱਕ ਜਣਾ ਕੋਸ਼ਿਸ਼ ਕਰ ਰਿਹਾ, ਵੈਸੇ ਉਦਾਹਰਨ ਤਾਂ ਇਹ ਹੈ ਕਿ ਜੇ ਮਤਲਬ ਕਿਸੇ ਨੂੰ ਬਦਲਣਾ ਪਹਿਲਾਂ ਖੁਦ ਨੂੰ ਆਪ ਨੂੰ ਬਦਲੋ। ਹਾਂਜੀ, ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਗੱਲ ਆ ਕਿ ਮੈਂ ਜੋ ਸੋਚਿਆ ਕਿ ਮੇਰੀ ਅਜੇ ਉਮਰ 30 ਸਾਲ ਆ, ਮੈਂ ਸੋਚਿਆ ਕਿ ਇਸ ਵਾਰ ਜੇ ਮੈਂ ਇਹ ਮੌਕਾ ਖੁੰਝ ਗਿਆ ਅਤੇ ਮੈਨੂੰ ਇਹ ਮੌਕਾ ਦੁਬਾਰਾ 5 ਸਾਲ ਬਾਅਦ ਮਿਲਣਾ, ਉਦੋਂ ਮੈਂ 35 ਦਾ ਹੋ ਜਾਣਾ। ਹੁਣ ਜੇ ਮੈਂ ਉਸ ਚੀਜ਼ ਨੂੰ ਅੱਗੇ ਲੈ ਕੇ ਚੱਲਦਾ, ਮੈਂ ਨੋਮੀਨੇਸ਼ਨ ਫਾਈਲ ਕੀਤੇ। ਮੈਨੂੰ ਚਲੋ ਸ਼ੌਂਕ ਸੀ ਕਚਹਿਰੀ ਦੇ ਵਿੱਚ ਕਿ ਇਹ ਆਪਾਂ ਲੋਕਾਂ ਦੇ ਨਾਲ ਡੀਲ ਕਰਦੇ ਰਹਿੰਦੇ ਹਾਂ, ਕਿ ਲੋਕ ਆਪਣੇ ਕੋਲ ਦੁਖੀ ਲੋਕ ਵੀ ਆਉਂਦੇ ਆ। ਠੀਕ ਹੈ, ਉਹਦੇ ਬੇਸ ਦੇ ਉੱਪਰ ਜਦੋਂ ਇਹ ਨੋਮੀਨੇਸ਼ਨ ਫਾਈਲ ਕੀਤੇ, ਹੁਣ ਭਾਵੇਂ ਕਿ ਮੈਂ ਇਹਦੇ ਵਿੱਚ ਅਜੇ ਜਿਹੜੇ ਸਾਡੇ ਸਾਹਮਣੇ ਮੇਰੇ ਸਾਹਮਣੇ ਉਮੀਦਵਾਰ ਨੇ ਉਹ ਬਹੁਤ ਵੱਡੇ ਉਮੀਦਵਾਰ ਨੇ। ਆਦੇਸ਼ ਪ੍ਰਤਾਪ ਕੈਰੋਂ, ਸਰਦਾਰ ਹਰਮਿੰਦਰ ਸਿੰਘ ਗਿੱਲ, ਠੀਕ ਹੈ, ਕਾਫੀ ਵੱਡੇ ਉਮੀਦਵਾਰ ਹੈ। ਗਿੱਲ ਸਾਹਿਬ ਨੇ ਤਾਂ ਕੰਮ ਵੀ ਬਹੁਤ ਜ਼ਿਆਦਾ ਕੀਤੇ ਹੋਏ ਪੱਟੀ ਦੇ ਵਿੱਚ। ਠੀਕ ਹੈ, ਚਲੋ ਡਿਵੈਲਪਮੈਂਟ ਉਹਨਾਂ ਨੇ ਕਰਵਾਈ ਹੈ। ਬਾਕੀ ਇਹਦੇ ਵਿੱਚ ਹੁਣ ਇਹ ਆ ਕਿ ਪਹਿਲੋਂ ਤਾਂ ਮੈਂ ਇੱਕ ਪੰਜਾਬ ਲੈਵਲ 'ਤੇ ਆਪਣੀ ਇੱਕ ਟੀਮ ਕ੍ਰੀਏਟ ਕਰੂੰਗਾ ਆਪਣੇ ਐਡਵੋਕੇਟਸ ਦੀ, ਕਿਉਂਕਿ ਐਡਵੋਕੇਟਸ ਨੂੰ ਸੰਵਿਧਾਨ ਦੀ ਨੌਲੇਜ ਪੂਰੀ ਹੁੰਦੀ ਹੈ। ਉਹਨਾਂ ਨੂੰ ਨੌਲੇਜ ਵੀ ਹੁੰਦੀ ਕਿ ਆਮ ਲੋਕਾਂ ਦੇ ਮੁੱਦੇ ਕਿਵੇਂ ਦੇ ਆ, ਉਹਨਾਂ ਦੇ ਨਾਲ ਲੋਕਾਂ ਦਾ ਵਾਹ ਪੈਂਦਾ ਹੈ। ਇੱਕ ਉਹਨਾਂ ਨੂੰ ਟੀਮ ਬਣਾਈ ਜਾਵੇਗੀ ਇਸ ਤਰ੍ਹਾਂ ਦੀ। ਫਿਰ ਸਾਡੇ ਕੋਲ ਜਿਨ੍ਹਾਂ ਮੁੱਦਿਆਂ ਦੇ ਉੱਤੇ ਲੋਕ ਰਾਜਨੀਤੀ ਕਰਦੇ ਆ, ਸਾਡੇ ਪੱਟੀ ਰਾਜਨੀਤੀ ਕਿਸ ਤਰ੍ਹਾਂ ਦੀ ਚੱਲਦੀ ਆ ਕਿ ਜਿਹੜਾ ਫ੍ਰੀ ਰਾਸ਼ਨ ਮਿਲਦਾ ਲੋਕਾਂ ਨੂੰ, ਕਣਕ ਮਿਲਦੀ ਆ ਜਾਂ ਆਟਾ ਦਾਲ ਸਕੀਮ ਜਿਹੜੀ ਚੱਲਦੀ ਸੀ, ਉਹ ਉਹਨਾਂ ਨੂੰ ਇੱਕ ਲਾਈਨ ਬਣਵਾ ਦਿੰਦੇ ਬੜੀ ਵੱਡੀ। ਉਹ ਬੰਦਾ MC ਹੁੰਦਾ ਵੀ ਆ ਕਿ ਨਹੀਂ ਹੁੰਦਾ, ਉਹਦਾ ਜਿਹੜਾ ਇੰਸਪੈਕਟਰ ਆ ਆਪਣਾ, ਮੰਨ ਲਓ ਫੂਡ ਇੰਸਪੈਕਟਰ ਆ, ਉਹ ਕੀ ਕਰਦੇ ਆ, ਉਹਨੂੰ ਬੰਦੇ ਦੇ ਘਰੇ ਲਾਈਨ ਲਵਾ ਦਿੰਦੇ ਆ ਅਤੇ ਲੋਕਾਂ ਨੂੰ ਅਹਿਸਾਸ ਕਰਾਉਂਦੇ ਆ ਕਿ ਤੁਸੀਂ ਗਰੀਬ ਜੇ ਅਤੇ ਤੁਸੀਂ ਸਾਡੇ ਘਰੋਂ ਹੋ ਕੇ ਜਾਓ, ਸਾਡੀ ਲੱਤ ਦੇ ਥੱਲਿਓਂ ਲੰਘ ਕੇ ਜਾਓ, ਫੇਰ ਹੀ ਤੁਹਾਨੂੰ ਕਣਕ ਦਿਆਂਗੇ। ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੰਦੇ ਆ। ਇਹ ਬੜੀਆਂ ਮੁਸ਼ਕਿਲਾਂ ਇਹੋ ਜਿਹੀਆਂ ਆਉਂਦੀਆਂ। ਜਦ ਕਿ ਜਿਹੜਾ ਫੂਡ ਸਿਕਿਉਰਿਟੀ ਐਕਟ ਇੰਡੀਅਨ ਗੌਰਮੈਂਟ ਦਾ ਬਣਿਆ ਹੋਇਆ, ਉਹਦੇ ਤਹਿਤ ਜਿਹੜੀ ਇਹ ਕਣਕ ਦੀ ਡਿਲੀਵਰੀ ਆ, ਜਿਹੜੀ ਆਟਾ ਦਾਲ ਸ਼ਗਨ, ਇਹਨੂੰ ਸਕੀਮ ਜਿਹੜੀ ਆਟਾ ਦਾਲ ਸਕੀਮ ਕਹਿੰਦੇ ਆਪਾਂ, ਇਹਦੀ ਜਿਹੜੀ ਡਿਲੀਵਰੀ ਆ ਉਹ ਡੋਰ ਟੂ ਡੋਰ ਡਿਲੀਵਰੀ, ਉਹਦੇ ਵਿੱਚ ਆਰਡਰ ਨੇ ਗੌਰਮੈਂਟ ਦੇ। ਪਰ ਇਹ ਤਾਂ ਉਹ ਕਹਿੰਦੇ ਨੇ ਵੀ ਤੁਸੀਂ ਸਾਡੇ ਦਰਵਾਜ਼ੇ ਤੋਂ ਫਿਰ। ਹਾਂ, ਉਹ ਤਾਂ ਕਹਿੰਦੇ ਆ ਵੀ ਉਹ ਲੋਕਾਂ ਨੂੰ ਆਪਣਿਆਂ ਨੂੰ ਸਮਝ ਘੱਟ ਆ। ਜੇ ਲੋਕਾਂ ਨੇ ਸਟੱਡੀ ਵਗੈਰਾ 'ਚ ਹੋਣ ਅਤੇ ਉਹ ਉਹਨਾਂ ਨੂੰ ਕੁਐਸਚਨ ਕਰ ਸਕਣ। ਪਰ ਗੌਰਮੈਂਟ ਦੀਆਂ ਇਹੋ ਜਿਹੀਆਂ ਜਿਹੜੀਆਂ ਪੋਲਿਸੀਜ਼ ਆ ਕਿ ਜਿਹੜੇ ਬੰਦੇ ਜਿਹੜੇ ਤੁਹਾਡੇ MC ਖਲੋਤੇ ਆ, ਜਿਹੜੇ ਉਹ ਲੋਕਾਂ ਨੂੰ ਆਪਣੇ ਕਹਿੰਦੇ ਵੀ ਸਾਡੇ ਥੱਲਿਓਂ ਦੀ ਹੋ ਕੇ ਜਾਓ, ਨਹੀਂ ਤਾਂ ਤੁਹਾਨੂੰ ਨਹੀਂ ਦਿਆਂਗੇ। ਉਹਦੇ 'ਤੇ ਰਾਜਨੀਤੀ ਕਰੀ ਜਾਂਦੇ ਪਏ, ਜਦ ਕਿ ਗੱਲ ਹੀ ਬੜੀ ਛੋਟੀ ਜਿਹੀ ਆ। ਗੱਲ ਤਾਂ ਇਹ ਛੋਟੀ ਜਿਹੀ ਆ ਕਿ ਤੁਸੀਂ ਉਹਨਾਂ ਤੋਂ ਸਿੰਪਲੀ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਉਹਨਾਂ ਨੂੰ ਘਰੇ ਦੇ ਕੇ ਜਾਣੀ ਬਣਦੀ ਆ, ਫੂਡ ਇੰਸਪੈਕਟਰ ਦਾ ਫਰਜ਼ ਆ ਇਹ। ਹੁਣ ਜੇ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਬੰਦਾ ਆਵੇ, ਚਲੋ ਅਸੀਂ ਉਹਨੂੰ, ਜੇ ਕਣਕ ਦਾ ਕਾਰਡ ਉਹਦਾ ਕੱਟਿਆ ਹੋਵੇ ਕੋਈ, ਜਾਂ ਉਹਨੂੰ ਨਾ ਮਿਲਦੀ ਹੋਵੇ, ਤਾਂ ਅਸੀਂ ਉਹਨੂੰ ਮਾਣਯੋਗ ਅਦਾਲਤ ਤੋਂ ਇਹ ਚੀਜ਼ ਮੁਹੱਈਆ ਕਰਵਾ ਸਕਦੇ ਹਾਂ। ਦੂਸਰੇ ਨੰਬਰ 'ਤੇ ਜਿਹੜੀ ਐਜੂਕੇਸ਼ਨ ਆ, ਹੁਣ ਐਜੂਕੇਸ਼ਨ ਦੀਆਂ ਪੋਲਿਸੀ ਜਿਹੜੀਆਂ ਮੈਂ ਅੱਗੇ ਵੀ ਆਪਾਂ ਪਹਿਲਾਂ ਗੱਲ ਕੀਤੀ ਆ, ਐਜੂਕੇਸ਼ਨ ਦੀਆਂ ਪੋਲਿਸੀ ਚੇਂਜ ਹੋ ਸਕਦੀਆਂ ਨੇ। ਜਿਵੇਂ ਕਿ ਆਪਾਂ ਪੁਰਾਣੇ ਟਾਈਮ ਦੇ ਵਿੱਚ ਵੇਖਦੇ ਸੀ ਕਿ ਜਿਹੜੀ ਯੂਨੀਵਰਸਿਟੀਜ਼ ਇੰਡੀਆ ਵਿੱਚ 12-13 ਯੂਨੀਵਰਸਿਟੀਜ਼ ਪੁਰਾਣੀਆਂ ਚੱਲਦੀਆਂ, ਉਹਦੇ ਵਿੱਚ ਤਕਸ਼ਲਾ ਯੂਨੀਵਰਸਿਟੀ ਜਿਹੜੀ ਪਾਕਿਸਤਾਨ ਪੰਜਾਬ 'ਚ ਚਲੇ ਗਿਆ ਜਿਹੜਾ, ਉੱਥੇ ਸੀ। ਨਾਲੰਦਾ ਯੂਨੀਵਰਸਿਟੀ ਬਿਹਾਰ 'ਚ ਸੀ। ਉਹਦੇ ਲੈਵਲ ਦੀਆਂ ਯੂਨੀਵਰਸਿਟੀ, ਜਿੱਥੇ ਆਚਾਰਿਆ ਚਾਣਕਿਆ ਵੀ ਪੜ੍ਹਾਉਂਦੇ ਰਹੇ ਆ,
ਨਾਲੰਦਾ ਦੇ ਵਿੱਚ, ਜੀ ਜਿੱਥੋਂ ਆਪਣੇ ਚੰਦਰਗੁਪਤ ਮੌਰਿਆ ਸ਼ਾਸਕ ਆਪਣੇ ਇੰਡੀਆ ਦੇ ਜਿਹੜੇ ਪੈਦਾ ਕੀਤੇ ਉਹਨਾਂ ਨੇ। ਠੀਕ ਹੈ, ਹੁਣ ਉਹਦੇ ਵਿੱਚ ਕੀ ਸੀ ਕਿ ਉਹਦੇ ਵਿੱਚ ਇੱਕ ਸਬਜੈਕਟ ਜਿਹੜਾ ਸੀ 1 ਸਾਲ 'ਚ ਪੜ੍ਹਾਇਆ ਜਾਂਦਾ ਸੀ, ਜੀ ਜਦੋਂ ਕਿ ਹੁਣ ਆਪਾਂ ਵੇਖਦੇ ਹਾਂ ਇੱਕ ਬੱਚੇ ਨੂੰ 1 ਸਾਲ 'ਚ 10-11 ਸਬਜੈਕਟ ਲਵਾਏ ਹੁੰਦੇ। ਉੱਥੇ ਇੱਕ ਸਬਜੈਕਟ ਕਰਾਉਂਦੇ ਸੀ, ਪਰ ਉਹ ਕਰਾਉਂਦੇ ਵੀ ਪ੍ਰੈਕਟੀਕਲ ਸੀ, ਇਹ ਨਹੀਂ ਕਿ ਥਰੈਟੀਕਲ। ਹੁਣ ਇੰਡੀਆ ਦੀ ਸਭ ਤੋਂ ਵੱਡੀ ਸਿਸਟਮ 'ਚ ਚੋਰ ਮੋਰੀ ਕਿੱਥੇ ਆ ਕਿ ਜੇ ਸਟੱਡੀ ਕੋਈ ਕਰਨ ਲੱਗ ਵੀ ਪੈਂਦਾ ਉਹ ਸਾਰੀ ਇੰਗਲਿਸ਼ 'ਚ ਕੀਤੀ ਹੋਈ ਉਹਨਾਂ ਨੇ। ਹੁਣ ਮੈਂ ਜਦੋਂ ਸਕੂਲ 'ਚ ਪੜ੍ਹਾਉਂਦਾ ਸੀ ਸ਼ੁਰੂ, ਮੈਂ 2014 'ਚ 1 ਸਾਲ ਸਕੂਲ ਦੇ ਵਿੱਚ ਲਾਇਆ ਸੀ ਉੱਥੇ, ਜਾਂ ਅੱਗੇ ਜਾ ਕੇ ਚਲੋ DAV ਕਾਲਜ 'ਚ ਮੈਂ ਪ੍ਰੋਫੈਸਰ ਵਜੋਂ ਕੰਮ ਕੀਤਾ। ਸਕੂਲ 'ਚ ਬੱਚਿਆਂ ਨੇ ਕਹਿਣਾ ਸਰ ਸਾਨੂੰ ਸਾਰੀ ਚੀਜ਼ ਸਮਝ ਲੱਗ ਗਈ, ਤੁਸੀਂ ਸਾਇੰਸ ਸਾਨੂੰ ਪੜ੍ਹਾਈ ਆ, ਫਿਜ਼ਿਕਸ ਕਰਾਈ ਆ, ਪਰ ਸਾਨੂੰ ਨਾ ਇਹ ਪੇਪਰ ਜਿਹੜਾ ਲੈਣਾ ਨਾ ਪੰਜਾਬੀ 'ਚ ਲੈ ਲਓ। ਅਤੇ ਮੈਂ ਕਹਿਣਾ ਵੀ ਇਹ ਤਾਂ ਹੁਣ ਕਾਨੂੰਨ ਆ ਕਿ ਜਿਹੜਾ ਤੁਹਾਡਾ ਸਬਜੈਕਟ ਆ CBSE ਦੇ ਅਕੋਰਡਿੰਗ ਉਹਦਾ ਸਾਇੰਸ ਜਿਹੜੀ ਹੈਗੀ ਇੰਗਲਿਸ਼ 'ਚ, ਪੇਪਰ ਦੇ ਨਹੀਂ ਸਕਦੇ ਪੰਜਾਬੀ 'ਚ। ਮਤਲਬ ਆਪਣੇ ਬੱਚੇ ਨਲਾਇਕ ਨਹੀਂ ਹੈਗੇ, ਪਿੰਡਾਂ ਦੇ ਬੱਚੇ ਸ਼ਹਿਰਾਂ ਦੇ ਬੱਚਿਆਂ ਨਾਲੋਂ ਅੱਗੇ ਹੀ ਹੋਣਗੇ, ਪਿੱਛੇ ਨਹੀਂ ਹੋਣਗੇ, ਪਰ ਉਹ ਲੈਂਗੁਏਜ ਤੋਂ ਪਿੱਛੇ ਰਹਿ ਜਾਂਦੇ ਆ। ਹੁਣ ਸਭ ਤੋਂ ਪਹਿਲਾ ਕੰਮ ਇਹ ਬਣਦਾ, ਜਿਵੇਂ ਚਾਈਨਾ ਨੇ ਆਪਣੀ ਸਟੱਡੀ ਕੀਤੀ ਆ ਚਾਈਨੀਜ਼ ਦੇ ਵਿੱਚ, ਇੰਡੀਆ ਦੇ ਵਿੱਚ ਜਿਹੜੀ ਸਟੱਡੀ ਆ ਇੰਡੀਆ ਦੀ ਲੋਕਲ ਲੈਂਗੁਏਜ ਹੋਣੀ ਚਾਹੀਦੀ ਹੈ। ਜਿਹੜਾ ਕਿ ਕੰਮ ਕੌਣ ਕਰ ਸਕਦਾ? ਲੈਜਿਸਲੇਟਿਵ। ਮਤਲਬ ਆਪਾਂ ਆਪ MP ਬਣੀਏ ਜਾਂ MLA ਬਣੀਏ, ਆਪਾਂ ਉਹ ਰੂਲ ਆਪ ਹੀ ਚੇਂਜ ਕਰ ਸਕਦੇ ਹਾਂ, ਪਰ ਸਾਡੀਆਂ ਸਰਕਾਰਾਂ ਦਾ ਕੋਈ ਇਸ ਪਾਸੇ ਧਿਆਨ ਨਹੀਂ, ਨਾ ਹੀ ਉਹਨਾਂ ਨੂੰ ਕੋਈ ਨੌਲੇਜ। ਜੇ ਆਪਾਂ ਪੰਜਾਬੀ ਦੀ ਮਾਂ ਬੋਲੀ ਪੰਜਾਬੀ ਦੀ ਗੱਲ ਕਰਦੇ ਹਾਂ, ਬੱਚਿਆਂ ਨੂੰ ਪੰਜਾਬੀ ਦੇ ਬਾਰੇ ਨੌਲੇਜ ਖਤਮ ਹੋ ਚੁੱਕੀ। ਪਰ ਹੁਣ ਜਿੱਦਾਂ ਹੁਣ ਆਪਣਾ ਤੁਸੀਂ ਪੰਜਾਬੀ ਦੀ ਨੌਲੇਜ ਦੀ ਗੱਲ ਖਤਮ ਕੀਤੀ, ਮਤਲਬ ਹੁਣ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ, ਜਿਹੜਾ ਯੂਥ ਆ, ਜਿਹੜਾ ਹੁਣ ਸਟੱਡੀ ਕਰ ਰਿਹਾ ਜਾਂ ਸਾਡੇ ਵਰਗੇ ਨਾ, ਮਤਲਬ ਇਹਨਾਂ ਨੂੰ ਪੰਜਾਬੀ ਦੇ ਜਿਵੇਂ ਕੰਨੇ ਬਿੰਦੀਆਂ, ਹਾਂਜੀ, ਪੰਜਾਬੀ ਸਿਆਰੀ ਬਿਹਾਰੀ ਦੀ ਬਹੁਤ ਗਲਤੀਆਂ ਹੁੰਦੀਆਂ ਨੇ, ਇਹ ਚੀਜ਼ ਪਤਾ ਹੀ ਨਹੀਂ, ਪਤਾ ਨਹੀਂ ਹੈਗੀ ਉਹ ਚੀਜ਼ ਦਾ। ਉਹ ਟਰੈਂਡ ਫੋਲੋ ਕਰਦੇ ਆ ਕਿ ਇੰਗਲਿਸ਼ ਦਾ ਮੁੱਲ ਪੈਣਾ। ਹੁਣ ਵੇਖੋ ਗਵਰਨਮੈਂਟ ਆ, ਗਵਰਨਮੈਂਟ 'ਚ ਜੇ ਕਿਸੇ ਨੇ MA ਪੰਜਾਬੀ ਕੀਤੀ ਹੈ ਉਹਨੂੰ ਕੋਈ ਜੋਬ ਬੜੀ ਔਖੀ ਮਿਲਦੀ, ਅਤੇ ਸਰਕਾਰ ਨੇ ਇਹਦਾ ਮਾਣ ਵਧਾਉਣਾ, ਪਰ ਸਰਕਾਰ ਨੇ ਉਹ ਜਿਹੜੀਆਂ ਪੋਲਿਸੀਜ਼ ਇਸ ਤਰ੍ਹਾਂ ਦੀਆਂ ਬਣਾਈਆਂ ਕਿ ਇੰਗਲਿਸ਼ ਪ੍ਰਮੋਟ ਹੋ ਰਹੀ ਹੈ, ਅਤੇ ਆਪਾਂ ਨੂੰ ਇੰਗਲਿਸ਼ ਦੀ ਲੋੜ ਕੀ ਆ? ਆਪਾਂ ਤਾਂ ਇੱਥੇ ਪੰਜਾਬ 'ਚ ਰਹਿੰਦੇ ਪਏ, ਠੀਕ ਹੈ, ਪੰਜਾਬ ਦੇ ਵਿੱਚ ਤਾਂ ਪੰਜਾਬੀ ਦੀ ਲੋੜ ਆ, ਪਰ ਉਹ ਵਧਾਇਆ ਇੰਗਲਿਸ਼ ਨੂੰ ਗਿਆ ਹੈ। ਠੀਕ ਹੈ, ਇਹ ਸਾਰੀਆਂ ਪੋਲਿਸੀ ਚੇਂਜ ਹੋਣ ਵਾਲੀਆਂ ਨੇ। ਇਸੇ ਤਰ੍ਹਾਂ ਸਾਡੇ ਰੂਲ ਹੈ ਜਿਹੜੇ, ਵੇਖੋ ਜੇ ਆਪਾਂ ਵੇਖਦੇ ਹਾਂ ਕਿ ਜਿਹੜੇ ਸਾਡੇ ਰੂਲ IPC ਦੇ ਤਹਿਤ ਪਰਚੇ ਦਰਜ ਹੁੰਦੇ ਆ, ਠੀਕ ਹੈ, CRPC ਆ ਜਿਹੜੇ ਪੁਲਿਸ ਜਿਹਦੇ ਬੇਸ 'ਤੇ ਕੰਮ ਕਰਦੀ ਹੈ, CPC ਆ ਆਪਾਂ ਕਹਿ ਦਿੰਦੇ ਹਾਂ ਜਿਹਦੇ 'ਚ ਜਿਹੜੇ ਸਿਵਲ ਦੇ ਕੇਸ ਅਦਾਲਤਾਂ 'ਚ ਚੱਲਦੇ ਆ। ਹੁਣ ਉਹ ਸਾਰੇ ਕੇਸ ਜਿਹੜੇ ਆ, ਉਹ ਜਿਹੜੇ ਰੂਲ ਆ ਉਹ ਬਹੁਤ ਪੁਰਾਣੇ ਆ। IPC 1860 ਦੀ ਆ, ਠੀਕ ਹੈ, ਉਹਦੇ ਵਿੱਚ ਛੋਟੀਆਂ ਅਮੈਂਡਮੈਂਟ ਪਤਾ ਨਹੀਂ ਕਿੰਨੀ ਵਾਰ ਕਰਨੀਆਂ ਪਈਆਂ। ਠੀਕ ਹੈ, ਇਹਨਾਂ ਰੂਲਸ ਨੂੰ ਚੇਂਜ ਕਰਨਾ ਬੜਾ ਜ਼ਰੂਰੀ ਆ। ਉਹ ਕਿਸ ਤਰ੍ਹਾਂ ਹੋ ਸਕਦਾ? ਉਹ ਵੀ ਲੈਜਿਸਲੇਟਿਵ 'ਚ ਆ ਕੇ ਹੀ ਹੋ ਸਕਦਾ, ਜੁਡੀਸ਼ਰੀ 'ਚ ਰਹਿ ਕੇ ਨਹੀਂ ਹੋ ਸਕਦਾ। ਮਤਲਬ ਕਈ ਕਾਨੂੰਨ ਇਹਨਾਂ ਦੇ ਵਿੱਚ ਇੱਦਾਂ ਦੇ ਹੈਗੇ ਨੇ ਜਿਹੜੇ ਗਲਤ ਨੇ। ਕਾਨੂੰਨ ਗਲਤ ਕੀ ਆ? ਉਹਨਾਂ ਦਾ ਮਤਲਬ ਉਹਨਾਂ ਦਾ ਬੈਨੀਫਿਟ ਕੋਈ ਨਹੀਂ ਹੈਗਾ, ਅਤੇ ਉਹ ਮਿਸਯੂਜ਼ ਬਹੁਤ ਜ਼ਿਆਦਾ ਉਹਨਾਂ ਦਾ ਕਾਨੂੰਨਾਂ ਦਾ। ਉਹ ਚੀਜ਼ ਜਿਹੜੀ ਸਾਰੀ ਜਿਹੜੀ ਉਹ ਸੈਟਿੰਗ ਕਿੱਥੋਂ ਹੋ ਸਕਦੀ? ਲੈਜਿਸਲੇਟਿਵ 'ਚ ਹੋ ਸਕਦੀ ਹੈ। ਮਤਲਬ ਇਹਨਾਂ ਸਾਰਿਆਂ ਕਾਰਨਾਂ ਕਰਕੇ ਤੁਹਾਨੂੰ ਸਿਆਸਤ 'ਚ ਆਉਣਾ। ਹਾਂਜੀ, ਆਪਾਂ ਸਿਆਸਤ 'ਚ ਆਏ ਹਾਂ। ਸਾਡਾ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਨਾ, ਆਪਾਂ ਟੀਚਿੰਗ ਦੇ ਵਿੱਚ ਜਾਂ ਆਪਾਂ ਨੋਰਮਲ ਸਟੱਡੀ ਕੋਈ ਕਰਦਾ ਹੈ, ਆਪਾਂ ਵੇਖਦੇ ਹਾਂ ਕਿ ਪਾਣੀ ਦੀ ਮਾਤਰਾ ਕਿੰਨੀ ਹੈ। ਠੀਕ ਹੈ, ਆਪਾਂ ਕਹਿੰਦੇ ਹਾਂ ਕਿ ਅਰਥ ਦੇ ਉੱਪਰ ਜਿਹੜਾ ਪਾਣੀ ਆ ਉਹ ਆਪਾਂ ਕਹਿੰਦੇ 79% ਜਿਹੜਾ ਜੀ ਪਾਣੀ ਹੈਗਾ ਹੈ ਅਰਥ ਦੇ ਉੱਪਰ। ਪਰ ਤੁਹਾਨੂੰ ਇਸ ਚੀਜ਼ ਦਾ ਪਤਾ ਹੋਵੇਗਾ ਕਿ ਜਿਹੜਾ 79% ਪਾਣੀ ਆ ਉਹ ਤਾਂ ਸਾਰਾ ਖਾਰਾ ਪਾਣੀ ਹੈ। ਠੀਕ ਹੈ, ਉਹ ਪਾਣੀ ਨੂੰ ਤਾਂ ਯੂਜ਼ ਨਹੀਂ ਆਪਾਂ ਕਰ ਸਕਦੇ। ਕਰ ਕਿਹਨੂੰ ਸਕਦੇ? ਜਿਹੜਾ ਅਰਥ ਦਾ ਅੰਡਰਗਰਾਊਂਡ ਵਾਟਰ ਜਿਹੜਾ ਆਪਣਾ ਉਹ ਹੈਗਾ ਸਿਰਫ 1%। ਅਤੇ ਸਰਕਾਰ ਦੀਆਂ ਪੋਲਿਸੀਜ਼ ਇਸ ਤਰ੍ਹਾਂ ਦੀਆਂ ਬਣੀਆਂ ਪਈਆਂ ਹੈ ਕਿ ਸਾਡੇ ਕਿਸਾਨ ਵੀਰ ਜਿਹੜੇ ਆ ਉਹ ਝੋਨਾ ਬੀਜਣ ਨੂੰ, ਝੋਨਾ ਲਾਉਣ ਨੂੰ ਉਹ ਮਜਬੂਰ ਨੇ, ਜਿਹਦੇ ਤਹਿਤ ਆਪਣੇ ਪੰਜਾਬ ਦਾ ਅੰਡਰਗਰਾਊਂਡ ਵਾਟਰ ਲਗਭਗ ਖਤਮ ਹੋਣ ਦੀ ਕਗਾਰ 'ਤੇ ਹੈ। ਠੀਕ ਹੈ, ਬੜਾ ਮੁੱਦਾ ਅਖਬਾਰਾਂ ਦੇ ਵਿੱਚ ਵੀ ਆਉਂਦਾ ਹੈ ਕਿ ਅੰਡਰਗਰਾਊਂਡ ਵਾਟਰ ਖਤਮ ਹੋ ਜਾਣਾ ਹੈ। ਉਹਨੂੰ ਹੱਲ ਕਿਸ ਤਰ੍ਹਾਂ ਕੀਤਾ ਜਾ ਸਕੇ? ਉਹ 'ਚ ਖੇਤੀ ਕਾਨੂੰਨ ਜਿਹੜੇ ਬਣਾਉਣੇ ਪੈਣਗੇ ਕੋਈ ਵਧੀਆ, ਜਿਹਦੇ ਬੇਸ 'ਤੇ ਜਿਹੜੇ ਕਿਸਾਨ ਆ ਉਹ ਚੀਜ਼ ਨੂੰ, ਝੋਨੇ ਨੂੰ ਛੱਡ ਕੇ ਉਹਦੀ ਸਬਸਟੀਟਿਊਟ ਫਸਲ ਕੋਈ ਬੀਜਣਗੇ ਜਿਹਦਾ ਕਿ ਮੁੱਲ ਪਵੇ। ਪਰ ਆਪਣੇ ਪੰਜਾਬ ਦੇ ਕਿਸਾਨ ਝੋਨਾ ਤੇ ਕਣਕ, ਇਹ ਦੋ ਚੀਜ਼ਾਂ ਦੇ ਉੱਤੇ ਨਿਰਭਰ ਹੋ ਗਏ ਆ। ਉਹ ਕਾਰਨ ਕੀ ਆ ਕਿ ਉਹ ਕਹਿੰਦੇ ਕਿ ਸਾਨੂੰ ਫਸਲ 'ਚੋਂ ਬਚਦਾ ਕੁਝ ਨਹੀਂ। ਝੋਨਾ ਚਲੋ ਥੋੜ੍ਹੇ ਬਹੁਤੇ 60-70 ਹਜ਼ਾਰ ਰੁਪਈਆ ਸਾਲ ਦਾ ਉਹ ਝੋਨੇ ਦਾ ਫਸਲ ਦਾ ਆ ਜਾਂਦਾ ਕਿੱਲੇ 'ਚੋਂ, ਪਰ ਉਹਦੇ ਨਾਲ ਸਾਡਾ ਓਵਰਆਲ ਵਾਤਾਵਰਨ ਹੀ ਨਾ ਖਰਾਬ ਹੋ ਗਿਆ ਸਾਡਾ, ਜਿਹੜਾ ਜ਼ਮੀਨ ਦਾ ਪਾਣੀ ਖਤਮ ਹੋ ਗਿਆ। ਹੁਣ ਜੇ ਉਹ ਜ਼ਮੀਨ ਦੇ ਪਾਣੀ ਨੂੰ ਬਚਾਉਣਾ ਹੈ, ਅਤੇ ਜਿਹੜਾ ਸਾਡਾ ਇੱਥੋਂ ਪਾਣੀ ਹਰੀਕੇ ਤੋਂ
ਇੰਦਰਾ ਗਾਂਧੀ ਕੈਨਾਲ ਦੇ ਤਹਿਤ ਰਾਜਸਥਾਨ ਨੂੰ ਜਾ ਰਿਹਾ, ਜਿਹੜਾ ਕਿ 10 ਜ਼ਿਲ੍ਹੇ ਰਾਜਸਥਾਨ ਦੇ ਆਬਾਦ ਹੋ ਗਏ ਆ। ਉਹ ਇੰਨੇ ਮਹਿੰਗੇ ਹੋ ਗਏ ਆ ਕਿ ਪੰਜਾਬ ਨਾਲੋਂ ਵੀ ਜ਼ਮੀਨ ਉੱਥੇ ਮਹਿੰਗੀ ਆ। ਪਰ ਸਾਡੇ ਜਿਹੜੇ ਜ਼ਿਲ੍ਹੇ ਆ ਇੱਧਰ, ਸਾਡਾ ਬਾਰਡਰ ਏਰੀਆ ਜਿਹੜਾ, ਇੱਥੋਂ ਪਾਣੀ ਦੀ ਸਿੰਚਾਈ ਉਹ ਬੜੀ ਵਧੀਆ ਕੀਤੀ ਜਾ ਸਕਦੀ ਹੈ, ਪਰ ਸਰਕਾਰ ਦਾ ਕੋਈ ਧਿਆਨ ਨਹੀਂ ਇਸ ਪਾਸੇ। ਉੱਥੇ ਛੋਟੀਆਂ ਕੈਨਾਲ ਛੋਟੀਆਂ ਬਣਾ ਸਕਦੇ, ਨਹਿਰਾਂ ਦੇ ਗਾਂਹ ਸੂਏ ਬਣਾ ਸਕਦੇ ਆ, ਪੈਲੀਆਂ ਤੱਕ ਜਾਣ। ਇੱਕ ਆਪਣੇ ਇਲਾਕੇ ਦੇ ਵਿੱਚ ਸਰਦਾਰ ਗੁਰਜੀਤ ਸਿੰਘ ਭੁੱਲਰ ਮੰਤਰੀ ਖੇਮਕਰਨ ਹਲਕੇ ਤੋਂ ਹੋਏ ਇੱਕ, ਉਹਨਾਂ ਦਾ ਟਾਈਮ ਜਦੋਂ ਮੈਂ ਵੇਖਿਆ ਹੈ, ਮੈਂ ਛੋਟਾ ਸੀ ਉਦੋਂ, ਉਹਨਾਂ ਨੇ ਪਹਿਲੀ ਕੋਸ਼ਿਸ਼ ਕੀਤੀ ਕਿ ਪਾਣੀ ਬਾਰਡਰ ਤੱਕ ਲੈ ਕੇ ਗਏ। ਉਹਨਾਂ ਤੋਂ ਬਾਅਦ ਕਿਸੇ ਨੇ ਪਾਣੀ ਉੱਥੋਂ ਤੱਕ ਨਹੀਂ ਲੈ ਕੇ ਗਿਆ। ਹੁਣ ਉਹਦੇ ਵਿੱਚ ਵੀ ਪਰ ਗਾਂਹ ਜ਼ਿਮੀਂਦਾਰਾਂ ਦੀਆਂ ਵੀ ਕਈ ਗਲਤੀਆਂ, ਜਿਵੇਂ ਉਹਨਾਂ ਨੇ ਉਹ ਜਿਹੜੇ ਖਾਲ ਆ ਉਹਨਾਂ ਨੂੰ ਵਾਹ ਕੇ ਆਪਣੀ ਪੈਲੀ 'ਚ ਰਲਾ ਲਿਆ ਹੋਇਆ, ਠੀਕ ਹੈ। ਪਰ ਜੇ ਗੌਰਮੈਂਟ ਦਾ ਕੋਈ ਇਸ ਤਰ੍ਹਾਂ ਦਾ ਸਿਸਟਮ ਆਪਾਂ ਕ੍ਰੀਏਟ ਕਰ ਸਕਦੇ ਹਾਂ ਕਿ ਜਿਹੜਾ ਪਾਣੀ ਜਿਹੜਾ ਹੈ ਉਹਨੂੰ ਆਪਾਂ, ਪੰਜਾਬ ਦੇ ਪਾਣੀ ਨੂੰ ਪੰਜਾਬ 'ਚ ਹੀ ਰਹਿਣ ਦਿੱਤਾ ਜਾਵੇ। ਹੁਣ ਜਿਵੇਂ ਆਮ ਆਦਮੀ ਪਾਰਟੀ, ਚਲੋ ਆਪਾਂ ਪੜ੍ਹੇ ਲਿਖੇ ਹਾਂ, ਆਪਾਂ ਵੇਖਦੇ ਹਾਂ ਕਿ ਦਿੱਲੀ ਦੇ ਵਿੱਚ ਕਹਿੰਦੇ ਕਿ ਬੜਾ ਉਹਨਾਂ ਨੇ ਚੇਂਜ ਲਿਆਂਦਾ। ਵੇਖੋ ਦਿੱਲੀ ਦਾ ਜਿਹੜਾ ਸਿਸਟਮ ਹੈ, ਦਿੱਲੀ ਤਾਂ ਪਹਿਲਾਂ ਹੀ ਬੜੀ ਡਿਵੈਲਪ ਸੀ, ਠੀਕ ਹੈ। ਉਹਦੇ ਵਿੱਚ ਤਾਂ ਮੈਨੇਜਮੈਂਟ ਦੀ ਜਿਹੜੀ ਉਹਨਾਂ ਨੇ ਘਾਟ ਸੀ ਉਹ ਥੋੜ੍ਹੀ ਬਹੁਤ ਪੂਰੀ ਕੀਤੀ। ਪਰ ਪੰਜਾਬ ਨੂੰ, ਸਾਨੂੰ ਤਾਂ ਅਜੇ ਪਾਣੀ, ਸਾਡੇ ਪਾਣੀ ਨੂੰ ਅਜੇ ਵੀ ਖਤਰਾ। ਉਹ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਅਸੀਂ ਪਾਣੀ ਜਿਹੜਾ ਉਹ ਦਿੱਲੀ ਦਾ ਵੀ ਹੈ ਅਤੇ ਹਰਿਆਣੇ ਦਾ ਵੀ ਹੈ, ਪਰ ਸਾਡੇ ਪੰਜਾਬ ਕੋਲ ਤਾਂ ਹੈਗਾ ਹੀ ਪਾਣੀ ਹੈ। ਸਾਡਾ ਜਿਹੜਾ ਕੋਈ ਰਿਸੋਰਸ ਹੈਗਾ ਨਹੀਂ। ਹੁਣ ਆਪਾਂ ਆਂਧਰਾ ਪ੍ਰਦੇਸ਼ ਦੀ ਗੱਲ ਕਰੀਏ, ਉਹਨਾਂ ਕੋਲ ਕੋਲਾ ਹੈ, ਠੀਕ ਹੈ, ਕੋਲ ਉਹਨਾਂ ਕੋਲ ਹੈਗਾ ਹੈ, ਉਹ ਆਪਣਾ ਕੋਲ ਵੇਚ ਦਿੰਦੇ। ਰਾਜਸਥਾਨ ਦੀ ਗੱਲ ਕਰੀਏ, ਰਾਜਸਥਾਨ ਵਾਲੇ ਮਾਰਬਲ ਵੇਚਦੇ, ਆਪਾਂ ਇੱਥੇ ਖਰੀਦਦੇ ਹਾਂ। ਪਰ ਸਾਡੇ ਕੋਲ ਕੀ ਹੈ? ਸਾਡੇ ਪੰਜਾਬ ਵਾਲਿਆਂ ਕੋਲ ਤਾਂ ਪਾਣੀ ਹੈ ਨਾ। ਉਹ ਸਾਡਾ ਪਾਣੀ ਵੀ ਕੇਜਰੀਵਾਲ ਸਾਹਿਬ ਆਂਦੇ ਵੀ ਅਸੀਂ ਦਿੱਲੀ ਅਤੇ ਹਰਿਆਣੇ ਨੂੰ ਦੇ ਦੇਣਾ, ਅਤੇ ਸਾਡੇ ਪਾਣੀ ਨੂੰ ਅਸੀਂ ਕਿਉਂ ਨਾ ਅਸੀਂ ਪੰਜਾਬ 'ਚ ਯੂਜ਼ ਕਰ ਸਕੀਏ, ਇੱਥੇ ਹੀ ਅਸੀਂ ਇਰੀਗੇਸ਼ਨ ਕਰ ਸਕੀਏ, ਅਤੇ ਸਾਡਾ ਪੰਜਾਬ ਫਿਰ ਦੁਬਾਰਾ ਖੁਸ਼ਹਾਲ ਹੋਵੇ। ਮਤਲਬ ਉਹ ਪੁਰਾਣਾ ਪੰਜਾਬ ਜਿਹੜਾ ਹੱਸਦਾ ਵੱਸਦਾ ਸੀ ਹੋਵੇ, ਕਿਉਂਕਿ ਹੁਣ ਤਾਂ ਪਾਣੀ ਦੀ ਕਮੀ ਕਰਕੇ ਜਿਹੜਾ ਕਿਸਾਨ, ਹਾਂਜੀ, ਹੁਣ ਪਾਣੀ ਦੀ ਜੇ ਵੇਖੋ ਅੱਗੇ ਜਾ ਕੇ 10 ਸਾਲ ਨੂੰ ਪਾਣੀ ਆਪਣੇ ਬਹੁਤ ਜ਼ਿਆਦਾ, 3rd ਲੇਅਰ ਜਿਹੜੀ ਅੰਡਰਗਰਾਊਂਡ ਵਾਟਰ ਦੀ ਰਹਿ ਗਈ ਆ ਉਹ ਵੀ ਖਤਮ ਹੋ ਜਾਣੀ, 2 ਲੇਅਰ ਖਤਮ ਹੋ ਚੁੱਕੀਆਂ। ਅਤੇ ਫਿਰ ਤਾਂ ਆਪਣੇ ਪੰਜਾਬ ਦੇ ਵਿੱਚ ਰਾਜਸਥਾਨ ਵਾਲਾ ਪੰਜਾਬ ਰਾਜਸਥਾਨ ਬਣ ਜੂਗਾ। ਇੱਥੋਂ ਦੀ ਜ਼ਮੀਨ ਰੇਤਲੀ ਜ਼ਮੀਨ ਹੋ ਜੂਗੀ। ਤੁਸੀਂ ਵੇਖਿਆ ਹੋਵੇਗਾ ਹਿਮਾਚਲ ਪੰਜਾਬ ਦਾ ਹਿੱਸਾ ਰਿਹਾ, ਹਿਮਾਚਲ ਦੇ ਵਿੱਚ ਟੈਂਪਰੇਚਰ ਅਤੇ ਪੰਜਾਬ ਦਾ ਟੈਂਪਰੇਚਰ ਦਾ ਕਿੰਨਾ ਫਰਕ ਆ। 20 ਡਿਗਰੀ ਦੇ ਲਗਭਗ ਪੰਜਾਬ ਦਾ ਟੈਂਪਰੇਚਰ ਜ਼ਿਆਦਾ ਹੈ ਹਿਮਾਚਲ ਨਾਲੋਂ, ਜਦ ਕਿ ਕਿਸੇ ਟਾਈਮ ਇਹਨਾਂ ਦਾ ਇੱਕੋ ਜਿਹਾ ਟੈਂਪਰੇਚਰ ਰਹਿੰਦਾ ਸੀ। ਪੰਜਾਬ ਦੇ ਵਿੱਚੋਂ ਕਿਸੇ ਰਣਨੀਤੀ ਦੇ ਤਹਿਤ ਉਹਨਾਂ ਨੇ ਬਾਗ ਖਤਮ ਕੀਤੇ, ਜਿਹੜੇ ਬਾਗ ਟੈਂਪਰੇਚਰ ਨੂੰ ਡਾਊਨ ਕਰਦੇ ਆ, ਠੀਕ ਹੈ। ਇੱਕ 12-13 ਫਸਲਾਂ ਹੁੰਦੀਆਂ ਜਿਹੜੀਆਂ ਸਾਲ 'ਚ, ਉਹਨਾਂ ਨੂੰ ਵੀ ਉਹਨਾਂ ਨੇ ਖਤਮ ਕਰਤਾ। ਉਹਨਾਂ ਤੋਂ 2 ਫਸਲਾਂ 'ਤੇ ਰਹਿ ਗਏ ਪੰਜਾਬੀ ਆਪਣੇ, ਠੀਕ ਹੈ। ਫਰਟੀਲਾਈਜ਼ਰ ਕੈਮੀਕਲ ਪੈਸਟੀਸਾਈਡ ਦੇ ਉੱਪਰ ਲਾ ਤਾ। ਇਹ ਸਭ ਚੀਜ਼ਾਂ ਖਤਮ ਕਰਕੇ ਸਾਡਾ ਜਿਹੜਾ, ਮੇਰਾ ਆਪਣਾ ਹੈਗਾ, ਕਿਉਂ ਮੈਨੂੰ ਥੋੜ੍ਹਾ ਜਿਹਾ ਸ਼ੌਂਕ ਡੰਗਰਾਂ ਵਾਲੇ ਪਾਸੇ ਮੈਨੂੰ ਸ਼ੌਂਕ ਹੈਗਾ ਹੈ, ਖੇਤੀਬਾੜੀ ਦਾ ਵੀ ਸ਼ੌਂਕ ਹੈਗਾ ਹੈ। ਉਹਦੇ ਤਹਿਤ ਅਸੀਂ ਔਰਗੈਨਿਕ ਫਾਰਮਿੰਗ ਨੂੰ ਵਧਾਉਣਾ ਚਾਹੂੰਗਾ। ਔਰਗੈਨਿਕ ਫਾਰਮਿੰਗ ਜਿਹੜੀ ਪੰਜਾਬ ਦਾ ਬੜੇ ਵੱਡੇ ਲੈਵਲ 'ਤੇ ਫਾਇਦਾ ਕਰ ਸਕਦੀ ਹੈ। ਅਤੇ ਫਿਰ ਵੋਹਰਾ ਸਾਹਿਬ, ਹੁਣ ਜਿਵੇਂ ਤੁਸੀਂ ਇਲੈਕਸ਼ਨ 'ਚ ਖੜ੍ਹੇ ਹੋ, ਥੋੜ੍ਹਾ ਚੋਣ ਨਿਸ਼ਾਨ ਕੀ ਮਿਲਿਆ ਸਾਨੂੰ ਇਹਦੇ ਵਿੱਚ ਚੋਣ ਕਮਿਸ਼ਨ ਨੇ ਜੋ ਵੀ ਸਿੰਬਲ ਅਲਾਟ ਕਰਨੇ ਸੀ, ਉਹਨਾਂ ਵਿੱਚ ਆਪਸ਼ਨ ਹੈਗੀਆਂ ਸੀ। ਉਹਦੇ ਵਿੱਚੋਂ ਆਪਾਂ ਇੱਕ ਆਪਸ਼ਨ ਚੂਜ਼ ਕੀਤੀ ਆ, ਪੈਨ ਡਰਾਈਵ। ਅਤੇ ਆਪਾਂ ਉਹਨੂੰ ਪੈਨ ਡਰਾਈਵ ਨੂੰ ਤਾਂ ਚੂਜ਼ ਕੀਤਾ ਕਿ ਆਪਾਂ ਇੱਕ ਤਰ੍ਹਾਂ ਆਪਣੀ ਸੋਚ ਹੈ ਕਿ ਡਿਜੀਟਲ ਵਰਲਡ ਆਪਾਂ ਬਣਾ ਸਕਦੇ ਹਾਂ, ਕਿ ਆਪਣਾ ਸਬਜੈਕਟ ਵੀ ਫਿਜਿਕਸ ਆ। ਸਾਡੇ ਵੇਖੋ ਪੰਜਾਬ ਦੇ ਵਿੱਚ ਪੰਜਾਬ ਨੂੰ ਕਿ ਇੰਡੀਆ ਤੋਂ ਵੀ ਏਸ਼ੀਆ ਦੀ ਗੱਲ ਕਰੀਏ, ਸਭ ਤੋਂ ਵੱਡਾ ਐਨਰਜੀ ਰਿਸੋਰਸ ਹੈਗਾ ਸੋਲਰ ਸਿਸਟਮ। ਜੇ ਆਪਾਂ ਚਾਹੀਏ, ਸਾਡੇ ਸਿਆਸਤਦਾਨ ਜੇ ਪਿਛਲੇ ਟਾਈਮ 'ਚ ਚਾਹੁੰਦੇ, ਚਲੋ ਹੁਣ ਤਾਂ ਅੱਗੇ ਅਸੀਂ ਪ੍ਰਯਾਸ ਕਰਾਂਗੇ ਖੁਦ, ਉਹ ਚਾਹੁੰਦੇ ਤੇ ਸੋਲਰ ਸਿਸਟਮ ਦੇ ਨਾਲ ਬੜੇ ਵੱਡੇ ਲੈਵਲ 'ਤੇ ਐਨਰਜੀ ਨੂੰ ਕ੍ਰੀਏਟ ਕਰ ਸਕਦੇ ਸੀ, ਜਿਹੜਾ ਕਿ ਉਹਨਾਂ ਨੇ ਨਹੀਂ ਕੀਤਾ, ਠੀਕ ਹੈ। ਆਪਾਂ ਨੂੰ ਪੰਜਾਬ ਦਾ ਇੱਕੋ ਹੀ ਆ ਇਲੈਕਟ੍ਰੀਸਿਟੀ, ਕਿ ਉਹ ਕਹਿ ਦਿੰਦੇ ਜਦੋਂ ਇਲੈਕਟ੍ਰੀਸਿਟੀ ਜਾਂਦੀ ਆ ਜੀ, ਉਹ ਸਾਨੂੰ ਕੋਲਾ ਨਹੀਂ ਮਿਲਿਆ, ਠੀਕ ਹੈ। ਥਰਮਲ ਪਾਵਰ ਪਲਾਂਟ ਜਿਹੜੇ ਆ ਜੀ, ਉਹ ਪੋਲਿਊਸ਼ਨ ਕਿੰਨਾ ਕ੍ਰੀਏਟ ਕਰਦੇ ਆ ਕੋਲੇ 'ਤੇ। ਇਹ ਫ੍ਰੀ ਆਫ ਕੋਸਟ ਸਾਫ਼ ਐਨਰਜੀ, ਜਿਹੜੀ ਕਿ 25-25 ਸਾਲ ਤੱਕ ਜਿਹੜੇ ਸੋਲਰ ਸਿਸਟਮ ਵਰਕ ਕਰਦੇ ਆ। ਆਪਣਾ ਇੱਕ ਏਜੰਡਾ ਇਹ ਵੀ ਹੋਵੇਗਾ ਕਿ ਆਪਾਂ ਸੋਲਰ ਸਿਸਟਮ ਦੇ ਤਹਿਤ ਸਾਰੇ ਪੰਜਾਬ ਦੇ ਵਿੱਚ, ਬਲਕਿ ਚਲੋ ਅਸੀਂ ਇੰਨਾ ਕੁ ਤਾਂ ਕਰ ਸਕਦੇ ਹਾਂ ਕਿ ਆਪਣੇ ਹਲਕੇ ਦੇ ਵਿੱਚ ਸੋਲਰ ਸਿਸਟਮ ਨੂੰ ਪ੍ਰਮੋਟ ਕਰ ਸਕੀਏ। ਫਿਰ ਹੁਣ ਇਸ ਟਾਈਮ ਹਲਕੇ 'ਚੋਂ ਕੀ ਰਿਸਪੌਂਸ ਕਿਵੇਂ ਚੱਲ ਰਿਹਾ? ਵੇਖੋ ਜੀ, ਅਜੇ ਹਲਕੇ ਦੇ ਵਿੱਚ ਮੈਨੂੰ ਤਾਂ ਜਦੋਂ ਮੈਂ ਫਾਰਮ ਫਿਲ ਕੀਤੇ ਆ, ਮੈਂ ਲਾਸਟ 1 ਫੈਬ ਨੂੰ ਹੀ ਫਾਰਮ ਸਬਮਿਟ ਕੀਤਾ ਸੀ ਮਾਨਯੋਗ ਕਮਿਸ਼ਨ ਦੇ ਅੱਗੇ, ਅਤੇ ਉਸ ਤੋਂ ਬਾਅਦ ਮੈਨੂੰ ਥੋੜ੍ਹਾ ਹੀ ਟਾਈਮ ਮਿਲਿਆ ਜੇ। ਇੱਕ ਮੇਰਾ ਸਕੈਡਿਊਲ ਜਿਹੜਾ ਐਡਵੋਕੇਟ ਦਾ, ਉਹਦੇ ਵਿੱਚੋਂ ਮੈਨੂੰ ਟਾਈਮ ਕੱਢਣਾ ਪੈਂਦਾ। ਪਰ ਹੁਣ ਮੈਂ ਅੱਗੇ ਜਾ ਕੇ ਇੰਨਾ ਕੁ ਸਿਸਟਮ ਬਣਾਉਣਾ ਚਾਹੁੰਦਾ ਆਪਣੇ ਲੈਵਲ 'ਤੇ ਕਿ ਮੈਂ ਹਲਕੇ ਦੇ ਲੋਕਾਂ ਲਈ ਵੱਧ ਤੋਂ ਵੱਧ ਸਮਾਂ ਕੱਢ ਸਕਾਂ। ਜਿਨ੍ਹਾਂ ਲੋਕਾਂ ਨੂੰ ਕੋਈ ਮੁਸ਼ਕਿਲ ਹੋਵੇ ਉਹ ਮੇਰੇ ਕੋਲ ਆਉਣ, ਮੈਂ ਉਹਨਾਂ ਨੂੰ
ਜਿਨ੍ਹਾਂ ਦੇ ਕੋਈ ਕਾਰਡ ਕੱਟ ਦਿੰਦੇ ਆ ਜਾਂ ਕੋਈ ਲੇਬਰ, ਸਾਡੀ ਲੇਬਰ ਦੇ ਵਾਸਤੇ ਸਰਕਾਰ ਦੇ ਮਹਿਕਮੇ ਬਣੇ ਹੋਏ ਸੰਵਿਧਾਨ ਦੇ ਤਹਿਤ, ਉਹ ਲੇਬਰ ਦੇ ਬੇਸ 'ਤੇ ਉਹਨਾਂ ਨੂੰ, ਜਿਹੜਾ ਕੋਈ ਬੰਦਾ ਮੰਨ ਲਓ ਪਾਰਸ਼ਲ ਡਿਸੇਬਲ ਹੋ ਗਿਆ, ਉਹਨੂੰ ਕੋਈ ਮਜ਼ਦੂਰੀ ਕਰਦੇ ਟਾਈਮ ਉਹਦੇ ਕੋਈ ਸੱਟ ਲੱਗ ਗਈ, ਲੱਤ ਕੱਟੀ ਗਈ ਜਾਂ ਬਾਂਹ ਕੱਟੀ ਗਈ ਜਾਂ ਉਹਦੀ ਕੋਈ ਇੱਕ ਅੱਧੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਗਈ, ਉਹਨੂੰ 2 ਲੱਖ ਦਾ ਪ੍ਰੋਵੀਜ਼ਨ ਹੈਗੀ ਕਾਨੂੰਨ 'ਚ। ਜੇ ਆਪਾਂ ਵੇਖੀਏ ਉਹਦੀ ਡੈਥ ਹੋ ਗਈ, ਉਹਦੀ ਫੈਮਿਲੀ ਨੂੰ 5 ਲੱਖ ਤੱਕ ਦੀ ਜਿਹੜੀ ਹੈਗੀ ਹੈ। ਹੁਣ ਮੈਂ ਤਾਂ ਇਹੋ ਚਾਹੁੰਦਾ ਕਿ ਜਿਹੜੇ ਬੰਦੇ ਮੈਨੂੰ ਮੰਨ ਲਓ ਇਸ ਵਾਰ ਜੇ ਮੈਨੂੰ ਹਲਕੇ ਦੇ ਲੋਕ ਜਿਤਾਉਣ ਤਾਂ ਬੜੀ ਵੱਡੀ ਗੱਲ ਆ, ਨਹੀਂ ਤਾਂ ਜਿਹੜਾ ਵੀ ਸਾਡੇ ਉਮੀਦਵਾਰ ਜਿੱਤਦਾ ਹੈ, ਠੀਕ ਹੈ, ਅਸੀਂ ਉਹਨਾਂ ਨੂੰ ਅਸੀਂ ਡਾਇਰੈਕਸ਼ਨ ਆਪਣੀ ਇਹ ਨਹੀਂ ਆ ਕਿ ਆਪਾਂ ਵੀ ਜੇ ਅਸੀਂ ਨਹੀਂ ਜਿੱਤੇ ਤਾਂ ਅਸੀਂ ਉਹਨਾਂ ਦੀਆਂ ਲੱਤਾਂ ਖਿੱਚਣੀਆਂ। ਆਪਾਂ ਨੂੰ ਤਾਂ ਇਹ ਆ ਕਿ ਜੇ ਮੰਨ ਲਓ ਲੋਕਾਂ ਨੇ ਉਹਨਾਂ ਨੂੰ ਮਾਣ ਬਖਸ਼ਿਆ, ਜਿਵੇਂ ਕਿ ਸਾਡੇ ਹਰਮਿੰਦਰ ਸਿੰਘ ਗਿੱਲ, ਇਹਨਾਂ ਦਾ ਸਾਨੂੰ ਲੱਗਦਾ ਇਸ ਵਾਰ ਕਿ ਇਹਨਾਂ ਨੇ ਕਾਫੀ ਮਿਹਨਤ ਕੀਤੀ ਹਲਕੇ ਦੇ ਵਿੱਚ, ਇਹਨਾਂ ਨੇ ਪੋਰੇ ਵਗੈਰਾ ਪਾਏ ਆ, ਠੀਕ ਹੈ, ਗਲੀਆਂ ਨਾਲੀਆਂ ਬਣਾਈਆਂ ਨੇ, ਪੱਟੀ ਸ਼ਹਿਰ ਦਾ ਕਾਫੀ ਵਿਕਾਸ ਕੀਤਾ, ਪਾਰਕ ਵਗੈਰਾ 2 ਬਣਾਏ ਆ। ਅਸੀਂ ਇਹਨਾਂ ਨੂੰ ਹੋਰ ਆਪਣਾ ਜਿਹੜਾ ਵਿਊ ਆ ਉਹ ਦੱਸਾਂਗੇ, ਜੇ ਮੰਨ ਲਓ ਅੱਗੇ ਉਹ ਜਿੱਤਦੇ ਆ, ਠੀਕ ਹੈ, ਅਸੀਂ ਆਪਣਾ ਵਿਊ ਦੱਸਾਂਗੇ ਕਿ ਸਾਡੀ ਵੀ ਆਹ ਸੋਚ ਆ, ਅਤੇ ਉਹ ਵੀ ਪੜ੍ਹੇ ਲਿਖੇ ਆ, ਅਤੇ ਹੋ ਸਕਦਾ ਉਹ ਸਾਡੀ ਸੋਚ ਦੇ ਨਾਲ ਸਹਿਮਤ ਹੋ ਜਾਣ, ਅਤੇ ਅਸੀਂ ਉਹਨਾਂ ਨੂੰ ਆਪਣੇ ਪੁਆਇੰਟ ਦੱਸ ਦਾਂਗੇ ਅਤੇ ਉਹ ਆਪਣਾ ਇਸੇ ਬੇਸ 'ਤੇ ਕੰਮ ਕਰਨਗੇ। ਅਤੇ ਨਾਲ ਦੀ ਨਾਲ ਆਪਣਾ ਇੱਥੇ ਵਾਰਡ ਨੰਬਰ 6 ਪੈਂਦੀ, ਸਾਡੇ ਪਾਣੀ ਵਾਲੀ ਟੈਂਕੀ ਦੇ ਕੋਲ ਆਪਣਾ ਘਰ ਆ, ਉੱਥੇ ਆਪਣਾ ਦਫ਼ਤਰ ਵੀ, ਆਪਣਾ ਰੈਜ਼ੀਡੈਂਸ ਆਫਿਸ ਵੀ ਬਣਿਆ ਹੋਇਆ ਹੈ। ਉੱਥੇ ਆਪਾਂ ਜੇ ਕਿਸੇ ਨੂੰ ਵੀ ਕੋਈ ਮੁਸ਼ਕਿਲ ਆਉਂਦੀ ਹੈ ਲੋਕਾਂ ਦੀ ਸੇਵਾ ਲਈ, ਸਦਾ ਹੀ ਹਾਜ਼ਰ ਹਾਂ ਆਪਾਂ ਜੀ। ਸੋ ਅੱਜ ਤੁਹਾਡੀ ਮੁਲਾਕਾਤ ਕਰਵਾਈ ਸੀ ਐਡਵੋਕੇਟ ਰਵਿੰਦਰ ਸਿੰਘ ਹੋਰਾਂ ਦੇ ਨਾਲ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਤਾਂ ਵਾਕਈ ਮਤਲਬ ਕਈ ਪੰਜਾਬ ਦੇ ਅਜਿਹੇ ਮੁੱਦੇ ਸੀ ਜਿਨ੍ਹਾਂ ਤੋਂ ਆਪਾਂ ਅਣਜਾਣ, ਬਟ ਇਹਨਾਂ ਦੇ ਨਾਲ ਗੱਲਬਾਤ ਕਰਕੇ, ਕਿਉਂਕਿ ਲੋੜ ਆ ਅੱਜ ਕੱਲ੍ਹ, ਜਿਵੇਂ ਯੂਥ ਜਿਹਨੂੰ ਨੌਲੇਜ ਹੈ, ਜਿਹਨੂੰ ਆਪਣੇ ਸੰਵਿਧਾਨ ਬਾਰੇ ਪਤਾ ਕਿ ਹਾਂ ਵੀ ਕਿਹੜਾ ਐਕਟ ਕਿੱਥੇ ਅਤੇ ਕਿਵੇਂ ਯੂਜ਼ ਹੁੰਦਾ, ਕਿਉਂਕਿ ਹੁਣ ਜਿਵੇਂ ਆਟਾ ਦਾਲ ਸਕੀਮ ਲਾ ਲਓ ਜਾਂ ਕੋਈ ਹੋਰ ਸਕੀਮਾਂ ਲਾ ਲਓ, ਜਿਨ੍ਹਾਂ ਦਾ ਆਪਾਂ ਨੂੰ ਇਹ ਹੀ ਨਹੀਂ ਪਤਾ ਕਿ ਉਹਦਾ ਵਰਤਣਾ ਆਪਾਂ ਕਿਵੇਂ ਕਰਨਾ, ਉਹਨੂੰ ਯੂਜ਼ ਕਿਵੇਂ ਕਰਨਾ, ਠੀਕ ਆ, ਉਹਦਾ ਮਤਲਬ ਅਸਲੀ ਮਹੱਤਵ ਕੀ ਹੈ। ਸੋ ਅਜੇ ਇਹਨਾਂ ਚੀਜ਼ਾਂ ਤੋਂ ਅਵੇਅਰ ਹੋਣ ਦੀ ਜ਼ਰੂਰਤ ਹੈ। ਤਾਂ ਮੈਂ ਕਹਿੰਦਾ ਵੀ ਵਾਕਿਆ ਹੀ ਪੰਜਾਬ ਨੂੰ ਜੇ ਬਦਲਣਾ ਹੈ ਤਾਂ ਇੱਦਾਂ ਦੇ ਜਿਹੜੇ ਨੌਜਵਾਨ, ਇੱਦਾਂ ਦਾ ਜਿਹੜਾ ਯੂਥ ਆ ਨਾ, ਜਿਹੜਾ ਆਜ਼ਾਦ ਉਮੀਦਵਾਰ ਖੜਾ, ਉਹਨਾਂ ਨੂੰ ਵੋਟ ਪਾ ਕੇ ਜਿਤਾਉਣਾ ਚਾਹੀਦਾ, ਜਿਨ੍ਹਾਂ ਤੋਂ ਆਪਣਾ ਪੰਜਾਬ ਉਹ ਬਦਲ ਸਕਦਾ। ਸੋ ਹੁਣ ਮੈਨੂੰ ਤੇ ਆਜ਼ਾਦ ਕੈਮਰਾਮੈਨ ਗੁਰ ਦੇ ਨਾਲ ਗੁਰਚੇਤ ਸਿੰਘ ਔਲ, ਸਤਿ ਸ਼੍ਰੀ ਅਕਾਲ।